ਮੈਨੂੰ ਕਾਫੀ ਧੱਕਾ ਲੱਗਿਆ ਕਿ the police did not stand by us despite of me coming from a bureaucratic family. The current chief minister ਭਗਵੰਤ ਸਿੰਘ ਮਾਨ ਜੀ is ਉਹਨਾਂ ਦੀ ਜੋ ਨੀਅਤ ਹੈਗੀ ਮੈਨੂੰ ਲੱਗਦਾ ਨਹੀਂ we've had a better chief minister in the last 20-25 years. ਦੇਖੋ ਜੀ ਮੈਂ clearly ਦੱਸ ਰਿਹਾ ਜੋ ਅਫਸਰਾਂ ਨੇ ਨਹੀਂ ਮਦਦ ਕੀਤੀ SSP ਮੋਹਾਲੀ at that point of time did not helped you, did not do anything about it. Eyewitnesses ਦੇ ਬਿਆਨ ਇਹਨਾਂ ਨੇ 4 ਤੋਂ 6 ਵਾਰੀ ਲਿੱਤੇ. okay, And the day they were filing this FIR, I had typhoid that time. I still went ਕਿ ਇਹਨਾਂ ਨੂੰ ਹੋਰ ਕੋਈ ਬਹਾਨਾ ਨਾ ਮਿਲੇ ਕਿ ਇਹ ਬਿਮਾਰ I went to the police station and for 3 hours they just kept editing ਇੱਕ ਲਾਈਨ ਜੀ ਤੁਹਾਡੀ ਇਹ ਲਾਈਨ ਨਹੀਂ ਠੀਕ ਹੈ I said ਮੈਂ ਕਿੰਨੇ ਬਿਆਨ ਦਵਾਂ ਉਹ I mean ਬੰਦੇ ਨੂੰ ਬਿਜਲੀ ਨਹੀਂ ਛੱਡੀ ਅੱਗ ਲਾ ਦਿੱਤੀ ਪਾਣੀ ਖੇਤੀ ਸਾਡੀ 2 ਸਾਲ ਬੰਦ ਸੀ ਸਾਡੀ ਗੇਟ ਦੇ ਸਾਹਮਣੇ ਕੰਨ ਖਿੱਚਣ ਦੀ ਕੋਸ਼ਿਸ਼ ਕੀਤੀ ਰੋਡ ਤੋੜਨ ਦੀ ਦੈਨ ਸੀਨੀਅਰ ਅਫਸਰਾਂ ਨੂੰ ਜਾ ਕੇ ਬੋਲਾ ਕਿ ਜੀ ਇਹਨੇ ਪੰਚਾਇਤ ਦੀ ਜ਼ਮੀਨ ਦੇ ਉੱਤੇ ਇਨਕਰੋਚਮੈਂਟ ਕਰ ਦਿੱਤੀ ਪਬਲਿਕ ਗਾਰਡੀਅਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖ ਰਹੇ ਹੋ ਦ ਸਟ੍ਰੇਟ ਟਾਕ ਸ਼ੋ ਤੇ ਸਾਡੇ ਨਾਲ ਅੱਜ ਹੈਗੇ ਨੇ ਕਰਨ ਸਿੰਘ ਜੀ ਮੋਹਾਲੀ ਤੋਂ ਕਰਨ ਸਿੰਘ ਜੀ ਜਿਹੜੇ ਨੇ ਇਹਨਾਂ ਨੇ ਇੱਕ ਵਿਸਲ ਬਲੋਅਰ ਨੇ ਲੈਂਡ ਮਾਫੀਆ ਰੇਤ ਮਾਫੀਆ ਕਿਸੇ ਵੀ ਤਰ੍ਹਾਂ ਦਾ ਮਾਫੀਆ ਹੋਵੇ ਜਾਂ ਕੋਈ ਵੀ ਆਸੇ-ਪਾਸੇ ਗਲਤ ਚੀਜ਼ ਹੁੰਦੀ ਹੋਵੇ ਇਹ ਵਿਸਲ ਬਲੋਅਰ ਨੇ ਤੇ ਇਹਨਾਂ ਨੇ ਕਈ ਮੁੱਦੇ ਚੱਕੇ ਹੋਏ ਨੇ ਔਰ ਜਿਹੜੇ ਇਹਨਾਂ ਨੇ ਮੁੱਦੇ ਚੱਕੇ ਹੋਏ ਨੇ ਉਹ ਲੋਕ ਭਲਾਈ ਦੇ ਮੁੱਦੇ ਵੀ ਨੇ ਕਈ ਇਹੋ ਜਿਹੇ ਮੁੱਦੇ ਨੇ ਜਿਹੜੇ ਕਿ ਕਿਸੇ ਨਾ ਕਿਸੇ ਦੀ ਜ਼ਿੰਦਗੀ 'ਚ ਫਰਕ ਜ਼ਰੂਰ ਪਾਉਣਗੇ ਔਰ ਅੱਜ ਦਾ ਜਿਹੜਾ ਇਹਨਾਂ ਦਾ ਮੁੱਦਾ ਹੈਗਾ ਹੈ ਉਹ ਹੈਗਾ ਜੀ ਲੈਂਡ ਮਾਫੀਆ ਦੇ ਰਿਲੇਟਡ ਔਰ ਸਾਰੇ ਡਾਕੂਮੈਂਟਸ ਇਹਨਾਂ ਕੋਲ ਹੈਗੇ ਹੈ ਸਾਰੀ ਕਾਨੂੰਨੀ ਕਾਰਵਾਈ ਜਿਹੜੀ ਵੀ ਹੁੰਦੀ ਹੈ ਲੀਗਲ ਇੱਕ ਚੈਨਲ ਉਹਦੇ ਥਰੂ ਚੱਲਦੇ ਨੇ ਤੇ ਜਾਣਦੇ ਆ ਕਰਨ ਜੀ ਤੋਂ ਪਹਿਲੇ ਉਹਨਾਂ ਦਾ ਇੰਟਰੋ ਲਵਾਂਗੇ ਤੇ ਰੂਬਰੂ ਕਰਾਉਂਦੇ ਤੁਹਾਨੂੰ ਨਾਲ ਕਰਨ ਸਿੰਘ ਜੀ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰਨ ਜੀ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਆਪਣਾ ਇੰਟਰੋ ਦਿਓ ਜੀ ਕਿ ਕਿਸ ਤਰ੍ਹਾਂ ਕੀ ਹੈ ਅੱਜ ਦਾ ਟੌਪਿਕ ਤੇ ਕਿਸ ਤਰ੍ਹਾਂ ਤੁਹਾਡਾ ਕੀ ਬੈਕਗਰਾਉਂਡ ਹੈਗਾ ਹਾਂਜੀ ਮੈਂ ਡੂਨ ਸਕੂਲ ਦਾ ਪੜ੍ਹਿਆ ਹੋਇਆ ਹੈਗਾ ਤੇ ਆਈ ਹੈਵ ਮੋਸਟਲੀ ਸਟੇਡ ਆਊਟ ਆਫ ਪੰਜਾਬ ਐਂਡ ਜਿੱਥੇ ਮੇਰਾ ਮੇਨ ਜ਼ਮੀਨ ਹੈਗੀ ਉਹ ਮੋਹਾਲੀ ਦੇ ਕੋਲ ਹੈਗੀ ਨੈਕਸਟ ਟੂ ਦੀ 에ਅਰਪੋਰਟ ਨਾ ਇਹ ਸਾਡੀ ਆਲਮੋਸਟ 40 ਸਾਲ ਪੁਰਾਣੀ ਜ਼ਮੀਨ ਹੈਗੀ ਐਂਡ ਇੱਥੇ ਕਾਫੀ 15-16 ਸਾਲ we were not the landlords here because I was in Canada and I was in the financial sector and my parents were also not here. So that is the time that is the crucial time when the land mafia started eyeing our property. Who were mostly the local people who knew the ins and out about the family. ਬਈ ਰਹਿੰਦੇ ਨਹੀਂ ਹੈ ਤੇ ਖਾਲੀ ਪ੍ਰਾਪਰਟੀ ਹੈ ਤੇ ਘੇਰ ਲਈਏ ਔਰ ਉਹ ਨੌਕਰ ਚਾਕਰ ਵੀ ਜਿਨ੍ਹਾਂ ਦੇ ਉੱਤੇ ਆਪਾਂ 15-16 ਸਾਲ ਜ਼ਮੀਨ ਭਰੋਸੇ ਦੇ ਨਾਲ ਦਿੱਤੀ ਸੀ ਦੇ ਵਰ ਹੈਂਡ ਇਨ ਗਲਵ ਵਿਦ ਦ ਲੋਕਲ ਵਿਲੇਜਰਸ ਐਂਡ ਦ ਵਿਲੇਜਰਸ had the land mafia amongst them backed up by the political blessings of some political leaders. Okay. Now that's how the land mafia actually works, be it Noida, be it Gurgaon, be it here. Exactly. So I came here in 2017 with my horses. I was very passionate about horses and I lived in Canada and I had been doing horse riding for almost 20 odd years. ਸੋ ਮੇਰਾ ਮੇਨ ਪਰਪਸ ਸੀਗਾ ਕਿ ਲੋਕ ਪੰਜਾਬ ਨੂੰ ਛੱਡ ਕੇ ਕੈਨੇਡਾ ਜਾਂਦੇ ਮੈਂ ਕੈਨੇਡਾ ਛੱਡ ਕੇ ਇੱਥੇ ਆਇਆ ਕਿ ਇੱਥੇ ਮੈਂ ਆਈ ਵਿਲ ਸਟਾਰਟ ਐਨ ਇਕੁਇਸਟਰੀਅਨ ਸੈਂਟਰ okay and something related to art and music and promote farm tourism. That was the idea behind the entire thing. So at that point of time I was working at a fairly senior position with PricewaterhouseCoopers, which is one of the largest big 4 companies in the world. ਉਹਦੇ 'ਚ ਉਹਨਾਂ ਦੀ ਇੰਟੈਲੀਜੈਂਸ ਐਂਡ ਫੋਰੈਂਸਿਕ ਵਿੰਗ ਹੈ I was working for them. I gave in my resignation and took this bold step of coming here with my horses and that is when all the problems started. okay ਤੇ ਇਹਦੇ 'ਚ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ ਇੰਨੀ ਅੱਛੀ ਪੋਸਟ ਛੱਡ ਕੇ ਰਿਜ਼ਾਈਨ ਕਰਕੇ ਇੱਥੇ ਆਏ ਤੇ ਜਿਹੜਾ ਇਹ ਤੁਹਾਡੇ ਹਰਾਸਮੈਂਟ ਤੁਹਾਡੀ ਪ੍ਰਾਪਰਟੀ ਦੇ ਪਿੱਛੇ ਤੁਹਾਨੂੰ ਹੋਣੀ ਸ਼ੁਰੂ ਹੋਈ ਇਹ ਕਦੋਂ ਸ਼ੁਰੂ ਹੋਈ ਜੀ ਦੇਖੋ ਜੀ whenever ਪਿਛਲੇ ਜਿੱਦਾਂ ਮੈਂ ਤੁਹਾਨੂੰ ਬਤਾਇਆ 15-16 ਸਾਲ 'ਚ we were sort of not permanent landlords staying here. My grandparents stayed here till they were you own this property? Yes,
currently I own it. My father's given it to me, and my father's always been the owner. And before that, it was my grandfather. ਤੁਹਾਡੀ ਆਪਣੀ ਜ਼ਮੀਨ ਹੁੰਦੇ ਹੋਏ ਵੀ ਇਹ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। बिल्कुल बिल्कुल, not just that, my father was a senior government official. They, despite of knowing all that, they had the cheek and the liberty to harass us like this. ਓਕੇ So they are, I would say, these land mafias are mostly very illiterate kind of people, ਜਿਹਨੂੰ ਪੰਜਾਬੀ ਦੇ ਲਫ਼ਜ਼ ਬੋਲਦੇ ਲਫ਼ਜ਼ ਅਗਰ ਬੋਲਣਾ ਹੋਵੇ ਤੇ ਜਿੱਦਾਂ ਉਹ ਫੁਕਰੇ ਟਾਈਪ ਲੋਕ ਹੁੰਦੇ ਆ, ਜਿਨ੍ਹਾਂ ਨੂੰ ਅਨਪੜ੍ਹ ਫੁਕਰੇ ਮਤਲਬ ਵੱਡੀ ਵੱਡੀ ਗੱਡੀਆਂ ਲੈ ਲੈਂਦੇ, ਪਰ ਇੱਥੇ ਥੋੜਾ ਦਿਮਾਗ ਇਨ ਟਰਮਸ ਆਫ ਨੌਲੇਜ ਐਜੂਕੇਸ਼ਨ ਬਹੁਤ ਘੱਟ ਹੈਗਾ। ਸੋ ਇਹਨਾਂ ਦੀ ਨਾਰਮਲ ਆਦਤ ਹੈਗੀ ਕਿ ਪਹਿਲਾਂ ਤੇ ਬੰਦੇ ਨੂੰ ਹਰਾਸ ਕਰਾਂਗੇ। ਹਰਾਸ ਤੁਸੀਂ ਕਿੱਦਾਂ ਕਰੋਗੇ ਬੰਦੇ ਦਾ ਜੀਣਾ ਹਰਾਮ। ਬਿਲਕੁਲ। ਤੇ ਜਿੱਦਾਂ ਆਈ ਐਮ ਅ ਸਟਰੋਂਗ ਗਾਈ, ਆਈ ਐਮ ਵੈਰੀ ਬੋਲਡ, ਤੇ ਇਹਨਾਂ ਨੇ ਪਹਿਲਾਂ ਤੇ ਕੋਸ਼ਿਸ਼ ਕੀਤੀ ਸਾਡੀ ਬਿਜਲੀ ਕੱਟੀ ਓਕੇ ਟਰਾਂਸਫਾਰਮਰ ਤੋਂ, ਜਿਹਦੀ PSPCL ਦੀ ਬਕਾਇਦਾ ਰਿਪੋਰਟ ਹੈਗੀ ਫਰੋਮ SDO ਟੈਕਨੀਕਲ, ਦੈਟ ਜੋ ਸਾਬਕਾ ਸਰਪੰਚ ਬੜੀ ਪਿੰਡਾ ਹੈਗਾ ਮਨਫੂਰ ਸਿੰਘ, ਉਹਨੇ ਸਾਡੀ ਜਾ ਕੇ ਟਰਾਂਸਫਾਰਮਰ ਨੂੰ 2017, 18 ਤੇ 19 ਤੋੜਨ ਦੀ ਕੋਸ਼ਿਸ਼ ਕੀਤੀ, ਔਰ ਤੋੜੀ ਵੀ ਸੀ। ਓਕੇ। ਤੇ ਇਹ ਮੇਰੀ ਰਿਪੋਰਟ ਨਹੀਂ ਹੈ, ਇਹ ਸਰਕਾਰੀ ਰਿਪੋਰਟ ਹੈਗੀ, ਤੇ ਮੈਂ ਜੋ ਵੀ ਅੱਜ ਬੋਲਾਂਗਾ ਆਈ ਵਿਲ ਸੇ ਬੇਸਿਸ ਦੀ ਸਰਕਾਰੀ ਰਿਪੋਰਟ। ਓਕੇ। ਕਿਉਂਕਿ ਸਰਕਾਰ ਜਦ ਰਿਪੋਰਟ ਲਿਖਦੀ ਹੈ ਉਹ ਦੋਨੋਂ ਪਾਸਿਆਂ ਦਾ ਦੇਖ ਕੇ ਇਨਵੈਸਟੀਗੇਟ ਕਰਕੇ ਫਿਰ ਰਿਪੋਰਟ ਲਿਖਦੀ ਹੈ। ਸੋ ਇਹਨਾਂ ਨੇ ਰਿਪੋਰਟ ਵਿੱਚ ਕਲੀਅਰਲੀ ਮੈਂਸ਼ਨ ਕੀਤਾ ਸੀ ਕਿ ਇਹ ਮਨਫੂਲ ਸਿੰਘ ਨੇ ਤੋੜੀ ਹੈਗੀ, ਔਰ ਇਹਦੇ ਨਾਲ ਵਿਦ ਨੇਮ ਮੈਂਸ਼ਨਡ ਹੈ। ਹਾਂ ਵਿਦ ਨੇਮ ਕਲੀਅਰਲੀ, ਔਰ ਇਹ ਰਿਪੋਰਟ ਗਈ ਸੀਗੀ ਪੁਲਿਸ ਦੇ ਕੋਲ। ਨਾ ਇਹਨਾਂ ਦਾ ਕੀ ਹੈ, ਲੈਂਡ ਮਾਫੀਆ ਦਾ ਇਹਨਾਂ ਦੇ ਲੋਕਲ ਥਾਣੇ 'ਚ ਵਧੀਆ ਜਿਹੇ ਕਨੈਕਸ਼ਨ ਹੁੰਦੇ। ਓਕੇ। ਉੱਥੇ ਇਹਨਾਂ ਦੇ ਕੁਝ ASIs ਤੇ SI, ਵਾਟ ਯੂ ਕਾਲ ਦ ਬਲੈਕ ਸ਼ੀਪ ਆਫ ਦ ਪੁਲਿਸ, ਪੂਰੀ ਪੁਲਿਸ ਨਹੀਂ ਹੈ ਮਾੜੀ, ਪੁਲਿਸ ਵਿੱਚ ਬਹੁਤ ਵਧੀਆ ਅਫਸਰ ਬਿਲਕੁਲ ਜੀ, ਬਿਲਕੁਲ ਬਿਲਕੁਲ, ਪਰ ਇਹ ਜੋ ਬਲੈਕ ਸ਼ੀਪ ਹੈਗੀ, ਦੇ entertain, they have a network, that is what you call the land mafia network. ਐਗਜ਼ੈਕਟਲੀ ਜੀ। ਔਰ ਜਿੱਦਾਂ ਮੈਂ ਤੁਹਾਨੂੰ ਬਤਾਵਾਂਗਾ ਕਿ DGP ਜਾਂ ADGP ਜਾਂ IG ਜਾਂ DIG ਤੇ ਪਰਚਾ ਨਹੀਂ ਕਰਦੇ, ਪਰਚਾ ਤੇ ਮੁੰਸ਼ੀ ਹੀ ਹੈਗਾ ਤੇ SHO ਐਗਜ਼ੈਕਟਲੀ ਬੇਸਿਸ ਦੀ ASI। ਮਤਲਬ ਦੋਸਤੋ ਤੁਸੀਂ ਇਹ ਦੇਖੋ, ਕਰਨ ਜੀ ਪਾਇਲਟ ਵੀ ਨੇ, ਕਮਰਸ਼ੀਅਲ ਪਾਇਲਟ, ਹੀ ਇਜ਼ ਅ ਲਾਇਸੈਂਸ ਹੋਲਡਰ, ਠੀਕ ਹੈ ਜੀ। ਕੈਨੇਡਾ ਛੱਡ ਕੇ ਪੰਜਾਬ ਆਏ ਕਿ ਪੰਜਾਬ ਵਿੱਚ ਮੈਂ ਕੁਝ ਅੱਛਾ ਕਰਨਾ ਹੈ। ਅੱਛਾ ਕਰਨ ਦੀ ਬਜਾਏ ਕੀ ਹੋਇਆ ਕਿ ਉਹਨਾਂ ਨੂੰ ਹੁਣ ਮੁੰਸ਼ੀ, ASI, SHO ਸਾਰਾ ਟੈਕਨੀਕਲ ਪਤਾ ਲੱਗ ਚੁੱਕਿਆ ਹੋਇਆ ਹੈ ਕਿ ਕੀ ਲੀਗਲ ਚੈਲੰਜਸ ਹੁੰਦੇ ਨੇ, ਕੀ ਟਰਮਸ ਹੁੰਦੀਆਂ ਨੇ। ਮੈਂ ਇਹ ਸੁਣ ਕੇ ਹੈਰਾਨ ਆ ਕਿ ਪੜ੍ਹਿਆ ਲਿਖਿਆ ਬੰਦਾ ਕਿ ਕਿਸ ਤਰ੍ਹਾਂ ਉਹਨੂੰ ਇਹ ਟਰਮਸ ਤੱਕ ਆਉਣਾ ਪੈ ਗਿਆ ਕਿ ਉਹਨੇ ਬਿਹਤਰੀ ਤਾਂ ਕੀ ਕਰਨੀ ਕਿ ਉਹਨੂੰ ਆਪਣੇ ਮਸਲਿਆਂ 'ਚ ਹੀ ਫਸਾ ਦਿੱਤਾ ਗਿਆ। ਹਾਂਜੀ, ਤਾਂ ਤੁਹਾਨੂੰ ਇਹ ਜਿਹੜੀਆਂ ਟਰਮਸ ਨੇ, ਡੋਂਟ ਯੂ ਫਾਈਂਡ them funny? ਆਈ ਡੂ। ਇਨਫੈਕਟ ਮੈਨੂੰ ਪਤਾ ਨਹੀਂ ਸੀਗਾ ਕਿ ਇੱਕ ਸਟਾਰ ਵਾਲਾ ਜੋ ASI ਹੈਗਾ ਉਹਦੇ ਕੋਲ ਇੰਨਾ ਪਾਵਰ ਹੈਗਾ ਕਿ ਉਹ ਕੋਈ ਵੀ ਬੰਦੇ ਦੇ ਉੱਤੇ ਪਰਚਾ ਕਰ ਸਕਦਾ ਹੈ। ਓਕੇ। ਨਾਓ ਦ ਪ੍ਰੋਬਲਮ ਹੀਅਰ, ਟੈਕਨੀਕਲ ਪ੍ਰੋਬਲਮ, ਜੋ ਅਗਰ ਕੋਈ ਪੰਜਾਬ ਪੁਲਿਸ ਦੇ ਸੀਨੀਅਰ ਆਫਿਸਰਸ ਵੀ ਇਸ ਇੰਟਰਵਿਊ ਨੂੰ ਦੇਖेंगे, ਜਾਂ ਹੋਮ ਸੈਕਟਰੀ ਸਾਹਿਬ ਜਾਂ CM ਸਾਹਿਬ, ਮੈਂ CM ਸਾਹਿਬ ਦੀ ਬਹੁਤ ਕਦਰ ਕਰਦਾ ਹਾਂ। ਵੀ ਹੈਵ ਅ ਵੈਰੀ ਗੁੱਡ ਚੀਫ ਮਿਨਿਸਟਰ, ਫੋਰਚੂਨੇਟਲੀ, ਜਿਨ੍ਹਾਂ ਨੇ ਪੰਜਾਬ ਨੂੰ ਬਚਾ ਦਿੱਤਾ ਹੈ। ਐਗਜ਼ੈਕਟਲੀ ਜੀ। ਤੇ ਅਗਰ ਉਹ ਇਸ ਇੰਟਰਵਿਊ ਨੂੰ ਕਦੀ ਦੇਖਦੇ ਹੈ, ਆਈ ਥਿੰਕ ਪੰਜਾਬ ਪੁਲਿਸ ਐਟ ਦੇਅਰ ਫਿਲੌਰ ਟ੍ਰੇਨਿੰਗ ਅਕੈਡਮੀ, ਔਰ ਜਿੱਥੇ ਵੀ ਇਹਨਾਂ ਦੇ ASIs ਦੀ ਟ੍ਰੇਨਿੰਗ ਹੁੰਦੀ ਹੈ, ਫਰਸਟਲੀ ਦੇ ਮਸਟ ਟੀਚ them ਹਾਊ ਟੂ ਇਨਵੈਸਟੀਗੇਟ। ਇਹਨਾਂ ਨੂੰ ਇਨਵੈਸਟੀਗੇਟ ਕਰਨਾ ਹੀ ਨਹੀਂ ਆਉਂਦਾ ਹੈ। ਟੈਕਨੀਕਲ ਇਨਵੈਸਟੀਗੇਸ਼ਨ ਇਨ ਅ ਪ੍ਰੋਫੈਸ਼ਨਲ ਮੈਨਰ ਇਜ਼ ਨਾਟ ਟੌਟ ਟੂ them। ਐਗਜ਼ੈਕਟਲੀ। ਬਿਕਾਜ਼ ਕੀ ਹੁੰਦਾ ਹੈ, ਤੁਸੀਂ ਥਾਣੇ ਜਾਓ, ਉਹ ਤੁਹਾਨੂੰ ਉੱਥੇ ਬਿਠਾ ਕੇ, ਐਂਡ ਦ ਪ੍ਰੋਸੈਸ ਇਜ਼ ਵੈਰੀ ਅਨਪ੍ਰੋਫੈਸ਼ਨਲ। ਜਿਹੜੀ ਕੰਪਲੇਂਟ ਹੁੰਦੀ ਹੈ ਉਹਨੂੰ ਇਨਵੈਸਟੀਗੇਟ ਨਹੀਂ ਕਰਦੇ, ਕੰਪਲੇਨੈਂਟ ਦੀ ਇੱਕ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਂਦੀ ਹੈ ਵੀ ਤੂੰ ਕੰਪਲੇਂਟ ਲੈ ਕੇ ਕਿਉਂ ਆਇਆ। Yes, and for a very strange reason they start supporting the other party, the opposite party, ਐਗਜ਼ੈਕਟਲੀ, which I find it ridiculous. So ਮਤਲਬ ਵਿਕਟਮ ਨੂੰ ਨਹੀਂ ਉਹ ਕਰਦੇ, ਅਕਿਊਜ਼ਡ ਨੂੰ ਜ਼ਿਆਦਾ ਮਤਲਬ ਪ੍ਰੈਫਰ ਕਰਦੇ ਆ। yes, they listen more to accused, to the accused, and make the victim appear like the accused. ਐਗਜ਼ੈਕਟਲੀ। So ਉਹ ਨੈਰੇਟਿਵ ਚੇਂਜ ਕਰ ਦਿੰਦੇ ਨੇ ਕਿ ਯੂ ਆਰ ਅਕਿਊਜ਼ਡ, ਕਿ ਤੁਸੀਂ ਕੰਪਲੇਨ ਲੈ ਕੇ ਆਏ ਹੋ। yes, and I only learned this after coming to Punjab and dealing with Punjab police. So which is very tragic, but keeping in mind that there are some very good officers, there have been certain very good SSPs. Our former SSP of Mohali was excellent, but I have also seen pretty bad SSPs in Mohali,
in the past, and especially during the previous Captain Amrinder Singh's Congress regime. So that is when I faced all these problems. So getting back to how they troubled me was, first they cut the electricity 2-3 times. In short, there was no power coming here. So obviously buying a generator is a big expense of 8-10 lakhs for a big property like this. Exactly. So you'll suffer through the electricity. Then the second thing they did was they cut my ਸਾਡੇ ਖੇਤਾਂ ਨੂੰ ਪਾਣੀ ਆਂਦਾ ਹੈ ਸਾਰੇ ਪਿੰਡ ਦੇ ਵਾਸੀਆਂ ਦਾ through the wastewater management. Okay. And I was allotted the day Thursday. ਮੇਰੇ 2 ਸਾਲ ਇਹਨਾਂ ਨੇ ਪਾਈਪ ਚੋਰੀ ਕਰਕੇ, ਉਹ ਚੋਰੀ ਦੀ CCTV ਫੁਟੇਜ ਵੀ ਹੈ, ਸਰਪੰਚ ਨੇ ਕੱਢ ਕੇ in the JCB ਆਪਣੇ ਉੱਥੇ ਨੇ ਇਲੀਗਲ ਜਿਹਾ ਸ਼ੋਰੂਮ ਬਣਾਇਆ ਜਿਹਦਾ ਵੀ ਡਿਮੋਲੀਸ਼ਨ ਆਰਡਰ ਹੈਗਾ। ਉਹਦੇ ਪਿੱਛੇ ਮੇਰੀ ਨਹੀਂ ਪਰ ਕਰੀਬਨ 50-100 ਪਾਈਪਾਂ ਐਰੋਸਿਟੀ ਦੀ ਉੱਥੇ ਰੱਖੀ ਹੋਈ ਸੀ। Okay. And despite when he was taking out my pipes, I caught it on camera. I went and I stopped him, but he had weapons. ਉਹਦੇ ਕੋਲ ਅਸਲੇ ਸੀਗੇ ਤੇ ਉਹ ਰੁਕਿਆ ਨਹੀਂ ਉਹਨੇ। He was above the law and everything because he had the blessings of back then a minister. Again political interference. Political interference from I will very clearly say, from the ruling party? No. This was from Captain Amrinder Singh's government, and this I'm saying despite of being from the same school as Captain Amrinder Singh and his son. You know, I think it's a little, I would say somewhere shameful also that these things were happening under a same school, you know, a person who studied from the same school, that's Tudun school. They should know the ethics. They should know the ethics. They are well-traveled people, and they are the people who should be nailing down all these activities, which unfortunately did not happen in the previous regime, and that's how maybe Mrs. Sonia Gandhi asked him to resign. So, A, my electricity was cut. B, my pipes were stolen. C, there was an intentional fire put on my farmhouse. In fact, I just managed to save the house. The whole boundary wall had caught fire. Okay. ਸਾਰੇ ਕੰਨ ਵਿੱਚ ਅੱਗ ਲੱਗ ਗਈ ਸੀਗੀ, and it had even reached one of our rare rooms. ਮੈਂ ਤੁਹਾਨੂੰ ਦਿਖਾਵਾਂਗਾ, ਉੱਥੇ ਤੱਕ ਆ ਗਈ ਸੀਗੀ ਅੱਗ। Fire brigade was called, ਪਰ ਉਹ ਅੰਦਰ ਨਹੀਂ ਆ ਪਈ। The SHO came on the spot, Mrs. Khushpreet Kaur, and she was herself very shocked. She said, sir, ਤੁਹਾਡੇ ਨਾਲ ਕਾਫੀ ਗਲਤ ਹੋ ਰਿਹਾ। But I said, ਗਲਤ ਹੋ ਰਿਹਾ ਤੇ ਤੁਸੀਂ ਕੁਝ ਐਕਸ਼ਨ ਵੀ ਲਿਓ। She said, we'll look into it. ਪਰ ਫਿਰ ਅੱਗੇ ਜਾ ਕੇ SHO ਵੀ ਕਿੰਨਾ ਕਰ ਸਕਦਾ, ਜਿੱਥੇ ਉੱਪਰ ਵਾਲੇ SSP that time again political ਜਿੱਥੇ ਇੰਟਰਫੇਰੈਂਸ ਹੋਵੇ ਤੇ SHO ਦੀ ਵੀ ਲਿਮਿਟੇਸ਼ਨ ਹੁੰਦੀ ਹੈ। I want to reinstate that time Mr. Kuldeep Chahal was the SSP. So unfortunately I went to him many times but nothing was done. DSP Ramandeep was the area in charge here. I called him many times. I said, look, this is a very serious offense. Exactly. अगर by chance कोई ह्यूमन नुकसान हो जाता है, not just that, as per the Indian Penal Code, which is BNSS now, जो ਤਾਰਾ ਲੱਗਦੀ ਹੈ, it is a 430-60 ਤਾਰਾ। ਅਗਰ ਤੁਸੀਂ ਕਿਸੇ ਦੇ ਘਰ ਦੇ ਉੱਤੇ ਅੱਗ ਲਾਓ, ਮੈਂ ਤੇ ਸਿੰਪਲ ਚੀਜ਼ ਮਿਸਟਰ ਕੁਲਦੀਪ ਚਹਿਲ ਨੂੰ ਇਹ ਪੁੱਛੀ ਸੀ ਕਿ ਚਹਿਲ ਸਾਹਿਬ, ਅਗਰ ਅਨਫੋਰਚੂਨੇਟਲੀ DGP ਸਾਹਿਬ ਦੇ ਘਰ ਦੇ ਉੱਤੇ ਅੱਗ ਕੋਈ ਲਗਾ ਦਿੰਦਾ ਹੈ, ਤੁਸੀਂ ਪਰਚਾ ਕਰੋਗੇ ਕਿ ਨਹੀਂ ਕਰੋਗੇ? ਤੇ ਮੇਰੇ ਘਰ ਦੇ ਉੱਤੇ ਵੀ ਅੱਗ ਲੱਗੀ ਹੈ, ਠੀਕ ਹੈ, ਮੈਂ ਤੇ DGP ਨਹੀਂ ਹੈ, ਮੈਂ IPS ਵੀ ਨਹੀਂ ਹੈਗਾ, ਪਰ we are both citizens of India. Exactly. Isn't the law the same for everyone, or is the law separate for IAS and IPS officers and for normal citizens ਦੇ ਲਈ law ਅਲੱਗ ਹੈਗਾ? ਤੁਸੀਂ ਮੈਨੂੰ ਇੱਕ ਗੱਲ ਦੱਸੋ। ਕੀ ਜਵਾਬ ਸੀ ਜੀ ਉਹਨਾਂ ਦਾ? He laughed. He said, we will investigate and look into it. ਜਿਹਦੀ ਕੋਈ ਇਨਵੈਸਟੀਗੇਸ਼ਨ ਹੋਈ ਨਹੀਂ, he got transferred out. Okay. ਤੇ the only option I had was to go to the Punjab state. ਤੇ ਜਿਹੜੀ ਬਾਉਂਡਰੀ ਵਾਲ ਸੀ ਉਹਦੇ ਬਾਹਰ ਖੇਤ ਸੀਗੇ ਜੀ? ਹਾਂਜੀ, ਉਹਦੇ ਬਾਹਰ ਖੇਤ ਸੀਗਾ, and it was done in a very planned manner. ਉਹ ਕਿਸੇ ਸਰਪੰਚ ਮਤਲਬ ਬੰਦੇ ਦੇ ਕਿਸ ਦੇ ਸੀਗੇ? ਹਾਂਜੀ, ਤੇ ਪਿੱਛੇ ਸਰਪੰਚ ਦਾ ਖੇਤ ਸੀ, ਨਾਲ ਇਹ ਸਾਡਾ ਕੰਮ ਕਰਨ ਵਾਲਾ ਹੀ ਬੰਦਾ ਸੀ, ਰਾਮਕਰਨ। ਨਹੀਂ ਤੇ ਫਾਰਮ ਫਾਇਰ ਦੇ ਅਗਰ ਜਿਹੜੀ ਲੱਗਦੀ ਹੈ, ਜਿਹੜੇ ਕਹਿੰਦੇ ਹੁੰਦੇ ਆ ਕਿ ਵੀ ਤੁਸੀਂ ਫਾਰਮ ਫਾਇਰ ਦੇ ਐਕਟ ਦੇ ਵਿੱਚ ਵੀ ਤੁਸੀਂ FIR ਕਰਾ ਸਕਦੇ ਹੋ, ਤੇ ਉਹ ਤਾਂ ਕਿਸੇ ਦੇ ਘਰ ਦੇ ਨਾਲ ਅਗਰ ਖੇਤ ਪੈਂਦਾ ਹੈ ਤੇ ਉਹ ਤਾਂ ਵੈਸੇ ਹੀ illegal ਹੈ। Did not look into anything. In fact, ਪੁਲਿਸ ਨੇ ਕੀ ਕੀਤਾ, ਆਫਟਰ ਮੈਂ ਕਾਫੀ ਹੱਲਾ ਮਚਾਇਆ, I said, ਕਿੱਦਾਂ, why you people not attending? DSP Ramandeep ਦੇ ਦਫ਼ਤਰ ਮੈਂ ਕਾਫੀ ਵਾਰੀ। It was a stubble burning or normal fire? ਇਹਨਾਂ ਨੇ ਕੀ ਕੀਤਾ ਸੀ, ਇਹਨਾਂ ਨੇ ਸਰੋਂ ਲਾਇਆ ਸੀ। ਜੋ ਬੰਦਾ ਸੀ ਉਹ ਸਾਡਾ ਪਹਿਲਾਂ ਇੱਥੇ ਨੌਕਰ ਹੀ ਸੀ, ਜਿਹਨੇ ਉੱਥੇ ਠੇਕੇ ਦੇ ਉੱਤੇ ਲਿੱਤੀ ਸੀ। Okay. And he was hand in glove with the ਸਾਬਕਾ ਸਰਪੰਚ। ਮੈਂ ਟੈਕਨੀਕਲੀ ਇਸ ਕਰਕੇ ਪੁੱਛ ਰਿਹਾ ਕਿ ਇਹ ਕੁਐਸਚਨ ਤੇ ਕਿ ਸਟਬਲ ਬਰਨਿੰਗ ਦਾ ਹੈਗਾ? No.
ਤੇ ਫਿਰ ਤਾਂ ਚਲੋ ਇਟ ਵਾਸ ਪਲਾਨਡ Planned. ਹਾਂਜੀ ਜਿਹਦਾ ਬਿਆਨ ਮੇਰੇ ਪੜੋਸੀ ਨੇ ਵੀ ਦਿੱਤਾ ਹੈ ਹਿਸ ਹਾਊਸ ਇਜ਼ ਰਾਈਟ ਨੈਕਸਟ ਡੋਰ ਕਿਉਂਕਿ ਉਹਨੂੰ ਵੀ ਕਿਤੇ ਲੱਗਿਆ ਹੋਗਾ ਕਿ ਮੇਰੇ ਵੀ ਘਰ ਨਾ ਲਾ ਦੇ Exactly. ਦੇ ਹੈਡ ਐਨਿਮਿਟੀ ਵਿਦ ਹਿਮ ਆਲਸੋ ਓਕੇ ਸੋ ਉਹਨਾਂ ਨੇ ਕੀ ਕੀਤਾ ਸਰੋਂ ਕੱਟ ਕੇ ਸਰੋਂ ਦਾ ਭੂਸਾ ਸਾਡੀ ਕੰਨ ਨਾਲ ਫੇਰ ਦਿੱਤਾ ਟਰੈਕਟਰ ਨਾਲ ਔਰ ਜੋ ਪਿਛਲਾ ਵਾਲਾ ਖੇਤ ਸੀਗਾ ਸਰਪੰਚ ਦਾ ਉੱਥੇ ਪਾਣੀ ਛੱਡ ਦਿੱਤਾ ਓਕੇ ਐਂਡ ਦੈਟਸ ਵੈਨ ਦੇ ਲਿਟ ਕਿ ਦ ਉੱਥੇ ਅੱਗ ਨਾ ਪਹੁੰਚੇ ਹਾਂ, ਹਾਂ। ਅੱਗ ਰਵੇ ਉਸ ਸਾਈਡ ਹੀ ਰਵੇ ਸਾਰਾ ਤੇ ਸਰੋਂ ਵੀ ਉਹਨਾਂ ਨੇ ਆਪਣੀ ਕੱਟ ਕੇ ਭੂਸੇ ਚ ਲਾ ਕਿਉਂਕਿ ਦਿੱਤੀ ਸਰੋਂ ਨੂੰ ਤਾਂ ਅੱਗ ਲਗਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਸਰੋਂ ਦੇ ਫੂਸੇ ਨੂੰ ਉਹ ਤਾਂ ਅੱਗ ਲਗਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਬਿਲਕੁਲ ਬਿਲਕੁਲ ਤੇ ਉਹਦੇ ਵਿੱਚ ਇਹਨਾਂ ਨੇ ਇਨ ਅ ਵੈਰੀ ਪਲਾਨਡ ਮੈਨਰ ਦੇ ਡਿਡ ਇਟ ਐਂਡ ਮਾਈ ਨੇਬਰ ਉਹਨਾਂ ਨੇ ਬਿਆਨ ਵੀ ਦਿੱਤਾ ਹੈ ਕਿ ਮੈਂ ਆਪਣੀ ਖੁਦ ਦੇਖਿਆ ਸੀ ਇਹ 3-4 ਬੰਦੇ ਸੀ ਜਿਨ੍ਹਾਂ ਨੇ ਅੱਗ ਲਾਈ ਸੀ ਓਕੇ ਸੋ ਦੈਟ ਵਾਸ ਅਨਦਰ ਅਟੈਂਪਟ ਆਫ ਸਕੇਅਰਿੰਗ ਅ ਪਰਸਨ ਕਿਸੇ ਨੂੰ ਡਰਾ ਕੇ ਜੀ ਤੁਸੀਂ ਉਹਦੀ ਬਿਜਲੀ ਕੱਟ ਦਿੱਤੀ ਤੁਸੀਂ ਰੋਡ ਤੋੜ ਦਿੱਤੀ ਪਾਣੀ ਰੋਕ ਦਿੱਤਾ 2 ਅੱਗ ਸਾਲ ਲਾ ਦਿੱਤੀ ਅੱਗ ਹੀ ਲਾ ਦਿੱਤੀ ਫਿਰ ਵੀ ਬੰਦਾ ਨਹੀਂ ਜਾ ਰਿਹਾ ਹੈ ਮਤਲਬ ਹੋਰ ਕੋਈ ਬੰਦਾ ਆਉਂਦਾ ਉਹ ਹੱਥ ਜੋੜ ਕੇ ਬੋਲਦਾ ਜੀ ਮੈਂ ਸ਼ਹਿਰ ਜਾ ਕੇ ਮੈਂ ਰਵਾਂਗਾ ਪਰ ਮੇਰੀ ਜਿੱਦਾਂ 8 ਜਨਰੇਸ਼ਨ ਫੌਜ ਹੋਏਗੀ ਮਦਰ ਦੀ ਸਾਈਡ ਤੋਂ ਤਾਂ ਥੋੜਾ ਜਿਹਾ ਵੀ ਆਰ Brave side. ਬੋਲਡ ਵੀ ਆਰ ਬੋਲਡ ਪੀਪਲ ਉਹ ਜਿੰਨਾ ਕਰੇ ਜਾ ਰਹੇ ਸੀ ਮੈਂ ਉਨਾ ਹੋਰ ਬੋਲਡ ਹੋ ਜਾ ਰਿਹਾ ਸੀ ਕਿ ਐਂਡ ਆਈ ਵਾਸ ਅ ਲਿਟਲ ਮੈਨੂੰ ਕਾਫੀ ਧੱਕਾ ਲੱਗਿਆ ਕਿ ਦ ਪੁਲਿਸ ਡਿਡ ਨਾਟ ਸਟੈਂਡ ਬਾਈ ਅਸ ਡਿਸਪਾਈਟ ਆਫ ਮੀ ਕਮਿੰਗ ਫਰੋਮ ਅ ਬਿਊਰੋਕ੍ਰੈਟਿਕ ਫੈਮਿਲੀ ਮਤਲਬ ਮੈਂ ਜੋ ਤੁਹਾਨੂੰ ਬਤਾ ਹਾਂ ਰਿਹਾ ਇੱਕ ਸੀ ਕਾਮਨ ਮੈਨ ਤਾਂ ਚਲੋ ਹੈ ਯੂ ਆਰ ਫਰਮ ਅ ਬਿਊਰੋਕ੍ਰੈਟਿਕ ਫੈਮਿਲੀ Yes, ਬੈਕਗ੍ਰਾਉਂਡ I'm ਤੇ ਤਾਂ a- ਵੀ ਨਾ ਸੁਣੀ ਜਾਵੇ Yeah, I'm from a family of IAS and IPS officers, but the problem is that they were very honest and they served outside the state. They I realized it's a very strong nexus, and the police somewhere, like I mentioned, not the entire police, but few people the black sheep of the police are a part of the nexus. ਅਗਰ ਪੁਲਿਸ ਚਾਹਵੇ ਤੇ ਇਹਨਾਂ ਤੇ ਕੰਟਰੋਲ ਕਰ ਸਕਦੀ ਹੈ ਬਿਲਕੁਲ ਕਈ ਗਰੀਬਾਂ ਦੇ ਵੀ ਘਰ ਇਹਨਾਂ ਨੇ ਖੋਏ ਹੋਏ ਨੇ ਬਿਲਕੁਲ ਬਿਲਕੁਲ ਅਗਰ ਦੇਖਿਆ ਜਾਏ ਤਾਂ ਪਰ ਹੁਣ ਜਿੱਦਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਲਾਈਕ ਆਈ ਸੈਡ ਦੀ ਕਰੰਟ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਜੀ ਇਜ਼ ਉਹਨਾਂ ਦੀ ਜੋ ਨੀਅਤ ਹੈਗੀ ਮੈਨੂੰ ਲੱਗਦਾ ਨਹੀਂ we've had a better chief minister in the last 20-25 years. ਐਗਜ਼ੈਕਟਲੀ His niyat is absolutely clear, and even the officers at the CMO are excellent. Jo main dekha as a common man whenever I went there. And I think we have a good home secretary at the moment. और मैनू justice मिलिया इस सरकार च पर it has taken me मेरे youth ते 4 to 5 precious years of my prime youth. ਕਰਨ ਜੀ ਜਸਟਿਸ ਮਿਲਿਆ ਕਿ ਰਿਲੀਫ ਮਿਲਿਆ ਰਿਲੀਫ ਮਿਲਿਆ Relief मिलिया. One I would mention is the Punjab State Human Rights Commission, which has देखो जी मैं clearly दस रहा जो जो अफसरां ने नहीं मदद की SSP Mohali at that point of time did not did not do anything about it. But now I would want to also mention the IPS officers who helped me. In the Aam Aadmi Party Sarkar, the Punjab State Human Rights Commission Special DGP, Mr. Prabodh Kumar, who is, I think, he's also known for being very, very upright. उन्होंने खुद investigate किया, went into the details of it. I was shocked that a special DGP rank officer, when I met him once, every question he'd gone into every line of the investigation, and he rechecked it with me again and again. And he has said in his report, which I will show to you out here, a report which clearly दिता गया है कि the inquiry reveals and established from facts and statements of record the fire was intentionally put on the residence of the complainant. ਓਕੇ And ਦਿਸ ਇਜ਼ ਇਨਵੈਸਟੀਗੇਸ਼ਨ ਰਿਪੋਰਟ ਬਾय signed by Mr. Prabodh Kumar. He's the special DGP Punjab Police. And it clearly ditta gaya that the departmental proceeding therefore must be recommended against the police officers who failed to take action in so many years. ਓਕੇ ਇਹ ਕਦੋਂ ਦੀ ਹੈ ਜੀ ਰਿਪੋਰਟ ਕਿਹੜੇ A ਵਾਟ 2024 this year. ਦਿਸ ਈਅਰ ਕਰੰਟ ਰਿਪੋਰਟ ਹੈ Current report. ਓਕੇ So basis this report, I kept going to DSP Mohali, Mr. DSP Mohali, SHO ITCT, and ਉਹਨਾਂ ਨੇ ਪਰਚਾ ਤੇ ਦਰਜ ਕਰ ਦਿੱਤਾ. But like I said, Punjab police, their investigation needs to be worked on. ਤੇ ਉਹਨਾਂ ਨੇ ਜੋ ਮੇਨ ਕਨਸਪੀਰੇਟਰ ਸੀਗਾ ਇਹਦੇ ਵਿੱਚ ਉਹਦਾ ਨਾਮ ਉਹਨਾਂ ਨੇ ਲਿਖਿਆ ਨਹੀਂ ਪਰਚੇ ਵਿੱਚ. ਓਕੇ ਮਤਲਬ whose name- ਜਿਹਨੇ ਜੋ ਮੇਨ ਬੰਦਾ ਹੈਗਾ ਉਹਦਾ ਨਾਮ ਵਿੱਚੋਂ ਉਹਦੇ ਗਾਇਬ ਕਰ ਦਿੱਤਾ ਉਹਦੇ ਗਿਆ ਨੌਕਰ ਦਾ ਨਾਮ ਲਿਖ ਦਿੱਤਾ.
ਓਕੇ ਤੇ ਤਾਰਾ ਵੀ ਆਈਪੀਸੀ ਦੇ ਯੂਜ਼ਡ ਆਈਪੀਸੀ ਨਾਟ ਬੀਐਨਐਸਐਸ ਕਿਉਂਕਿ ਇਹ ਆਇਆ ਸੀ ਡਿਊਰਿੰਗ ਆਈਪੀਸੀ ਦੇ ਟਾਈਮ ਇਹ ਕੇਸ ਹੋਇਆ ਸੀ ਨਾਓ ਇਟਸ ਬੀਐਨਐਸਐਸ ਫਰਮ ਜੁਲਾਈ ਹਾਂਜੀ, 1 ਹਾਂਜੀ। ਸੋ ਉਹਦੇ ਚ ਵੀ ਇਹਨਾਂ ਨੇ ਦੇ ਪੁੱਟ ਅ ਵੈਰੀ ਲਾਈਟ ਬੇਲੇਬਲ ਤਾਰਾ ਕਿ ਇਹਨਾਂ ਦੇ ਖੇਤ ਦੇ ਉੱਤੇ ਅੱਗ ਲੱਗੀ ਸੀ ਵੈਰਸ ਉਹ ਤੇ ਸਾਡਾ ਖੇਤ ਵੀ ਨਹੀਂ ਸੀ ਖੇਤ ਤੇ ਅੱਗ ਲੱਗੀ, ਮੈਂ ਤਾਂ ਹੀ ਸ਼ੁਰੂ ਚ ਪੁੱਛਿਆ ਸੀਗਾ ਕਿ ਉਹ ਖੇਤ ਜਿਹੜਾ ਸਟਬਲ ਬਰਨਿੰਗ ਨਹੀਂ ਸੀ, ਮਤਲਬ ਇੱਕ ਸਰੋਂ ਨੂੰ ਕੌਣ ਖੇਤ ਲਗਾਉਂਦਾ ਹੈ? ਤੇ 43060 ਧਾਰਾ ਜੋ ਕਲੀਅਰਲੀ ਮੈਂਸ਼ਨ ਉਹਦੇ ਜਿੱਥੇ ਵੀ ਲੋਕ ਰਹਿ ਰਹੇ ਆ ਕਿਸੇ ਦੇ ਘਰ ਦੇ ਉੱਤੇ ਲੱਗੀ ਸੀ ਜਿਹਦਾ ਵੀਡੀਓ ਵੀ ਹੈਗਾ ਉਹ ਨਾ ਇਹਨਾਂ ਨੇ ਧਾਰਾ ਲਾਈ ਨਾ ਇਹਨਾਂ ਨੇ ਮੇਨ ਅਕਿਊਜ਼ਡ ਦਾ ਨਾਂ ਲਿੱਤਾ ਪਰ ਜਦ ਉਹਨਾਂ ਦੇ ਆਪਣੇ ਅਫਸਰ ਨੇ ਰਿਪੋਰਟ ਬਣਾਈ ਕਿ ਇੰਟੈਂਸ਼ਨਲੀ ਇਹ ਲਗਾਈ ਗਈ ਸੀ, ਫਿਰ ਤਾਂ ਸਭ ਕੁਝ ਕਲੀਅਰ ਹੀ ਸੀਗਾ। ਐਬਸੋਲੂਟਲੀ ਨਾਓ ਦਿਸ ਇਜ਼ ਦ ਹਿਚ ਦੈਨ ਵਾਈ ਯੂ ਰਿਕੁਆਇਰਡ ਐਕਸਪਲੇਨੇਸ਼ਨ, ਇਹਨਾਂ ਨੂੰ ਐਕਸਪਲੇਨੇਸ਼ਨ ਕਿਉਂ ਚਾਹੀਦਾ? ਉਹ ਕਰਦੇ ਹੀ ਨਹੀਂ ਉਹਨਾਂ ਨੇ ਮੈਨੂੰ ਕਰੀਬਨ ਆਈ ਥਿੰਕ ਕਲੋਜ਼ ਟੂ 18 times I was called to the DSP's office, about 12 or 13 times by DSHO. ਓਕੇ And ਫॉर ਦ ਸੇਮ ਮੈਟਰ। same matter and the eyewitnesses ਦੇ ਬਿਆਨ ਇਹਨਾਂ ਨੇ 4 ਤੋਂ 6 ਵਾਰੀ ਲਿੱਤੇ ਓਕੇ and the day they were filing this FIR I had typhoid that time I still went ਕਿ you know ਇਹਨਾਂ ਨੂੰ ਹੋਰ ਕੋਈ ਬਹਾਨਾ ਨਾ ਮਿਲੇ ਕਿ ਇਹ ਬਿਮਾਰ ਹੈ I went to the police station and for 3 hours they just kept editing ਇੱਕ ਲਾਈਨ ਦੀ ਤੁਹਾਡੀ ਇਹ ਲਾਈਨ ਨਹੀਂ ਠੀਕ ਹੈ I said ਮੈਂ ਕਿੰਨੇ ਬਿਆਨ ਦਵਾਂ ਮਤਲਬ ਐਨੇ ਬਿਆਨ ਲੈ ਲਿੱਤੇ ਕਿ ਕਿਧਰੇ ਨਾ ਕਿਧਰੇ ਕਿ ਬਿਆਨ ਮਿਸਮੈਚ ਕਰੀ ਜਾਣ। Yeah. ਬੰਦਾ ਤਾਂ ਆਪ ਵੀ ਭੁੱਲ ਜਾਂਦਾ ਕਿ ਯਾਰ ਹੁਣ Yes. ਅਸਲ ਮੈਟਰ ਛੱਡ ਕੇ ਮੈਂ ਇਹ ਸੋਚਾਂ ਕਿ ਮੈਂ ਬਿਆਨ ਦੇ ਕੀ ਰਿਹਾ ਹਾਂ। Yes, and I kept showing the special DGP Saab's report ਹਾਂ that it is not me stating that it ਜਦ is ਉਹਨਾਂ ਦਾ ਆਪਣੇ established. ਡਿਪਾਰਟਮੈਂਟ ਦਾ It is- ਆਫੀਸਰ ਹੀ ਬਣ ਗਿਆ। They are the ones who are saying that, and in fact the chairperson Punjab State Human Rights Commission ਨੇ ਕਾਫੀ ਗੁੱਸੇ ਵੀ ਸੀ ਉਹਨਾਂ ਨੇ DSP ਸਾਹਿਬ ਨੂੰ ਵੀ ਸਮਨ ਕੀਤਾ ਸੀ SHO ਨੂੰ 3 ਵਾਰੀ ਸਮਨ ਕੀਤਾ ਸੀ ਕਿ ਤੁਸੀਂ ਕਿਉਂ ਨਹੀਂ ਐਕਸ਼ਨ ਲੈ ਰਹੇ ਹੋ ਕੋਈ ਨਾ ਕੋਈ ਬਹਾਨਾ ਜੀ ਵੀ ਆਰ ਬਿਜ਼ੀ ਔਨ VIP ਡਿਊਟੀ ਹਾਈ ਕੋਰਟ ਦੀ ਡਿਊਟੀ ਸੀ ਇੱਕ ਵਾਰੀ ਤੇ ਉਹਨਾਂ ਨੇ ਬੋਲਿਆ ਮੇਰਾ ਕੋਈ MBA ਦਾ ਐਗਜ਼ਾਮ ਹੈਗਾ ਤੇ ਦੇ ਆਰ ਮੋਰ ਬਿਜ਼ੀ ਦੈਨ ਅਸ। they are more busy than us but what I'm surprised is ਕਿ ਜੋ ਮੈਂ ਬੋਲ ਰਿਹਾ ਹੈ ਪੰਜਾਬ ਪੁਲਿਸ has good officers like special DGP Mr. Prabodh ਤੇ ਤੁਸੀਂ Kumar. ਦੁਬਾਰਾ ਰੀਅਪਰੋਚ ਕੀਤਾ ਕਿ ਸਰ ਇਸ ਰਿਪੋਰਟ ਦਾ ਕੋਈ ਯੂਜ਼ ਨਹੀਂ ਹੋਇਆ? I told the chairperson, he said ਹੁਣ ਇਹਨਾਂ ਨੇ ਪਰਚਾ ਤੇ ਦਰਜ ਕਰ ਦਿੱਤਾ now it's a matter of investigation human Okay. rights ਦਾ ਹੋ ਗਿਆ now you can take them to the high court you can go to the so I took this to the DGP Mr. Yadav and I requested him his office many times but unfortunately ਹੁਣ DGP ਸਾਹਿਬ ਵੀ ਮਿਲਦੇ ਨਹੀਂ ਹੈ I've been going to him for 2 years and I would want to say this on camera because I hold him in high regard that he is quite an active DGP but ਇੱਦਾਂ ਦੇ ਕੇਸਾਂ 'ਚ he must listen to us because he's the top guy where the lower officers are not able to do the needful. Exactly. He has a full every I authority have and been right. to the DIG also, to the SSP also, but the exact, like I said, the dhara and the main accused were not mentioned. So I drafted a. ਜੋ ਇੱਕ ਟੈਕਨੀਕਲ FIR ਬਣਨੀ ਚਾਹੀਦੀ ਹੈ ਉਹ ਚੀਜ਼ ਮਿਸਿੰਗ ਹੈ। Yes, so it defeats the entire purpose. ਹਾਂ ਉਹ ਤਾਂ ਕੰਪਲੀਟ ਜ਼ੀਰੋ ਹੀ ਹੋ ਗਿਆ Because when FIR you are- if you're putting his servant as the accused, then the main culprit is still free and he will keep doing those crimes ਇਹ ਤਾਂ again because he knows ਕਿ ਮੇਰੇ ਕੋਲ ਰਾਹ ਤੇ ਹੈਗਾ. ਨਹੀਂ ਉਹ ਤਾਂ ਬਹੁਤ ਈਜ਼ੀ ਹੈ ਅਗਰ ਜੇ ਨੌਕਰ ਦਾ ਨਾਮ ਪਾਇਆ ਵੀ ਗਿਆ ਤੇ ਉਹਨੂੰ ਚੱਕ ਕੇ ਇਨਵੈਸਟੀਗੇਟ ਕੀਤਾ ਗਿਆ ਕਿ ਤੈਨੂੰ ਕੀ ਜ਼ਰੂਰਤ ਪਈ ਸੀ ਅੱਗ ਲਗਾਉਣ ਦੀ ਔਰ ਕਿਉਂ ਲਗਵਾਈ Exactly. ਉਦੋਂ ਵੀ ਇਨਵੈਸਟੀਗੇਸ਼ਨ ਬਣਦੀ ਹੈ ਉਹਦੀ ਵੀ। So it's very clear that they were trying to protect the accused. Like I said, ਜਿੱਦਾਂ ਸਾਡੀ conversation ਸ਼ੁਰੂ ਹੋਈ ਸੀ ਕਿ when you are a victim, the police protects the accused, and which is very odd and I somehow cannot understand ਦਿਸ it. ਇਜ਼ ਵੈਰੀ ਅਨਫੋਰਚੂਨੇਟ ਕਿ ਬੰਦਾ ਇੱਕ ਪਹਿਲੇ ਹਰਾਸ ਹੋ ਰਿਹਾ ਤੇ ਉਹਨੂੰ ਹੀ ਅਕਿਊਜ਼ ਬਣਾਉਣ ਦੇ ਉੱਪਰ ਆ ਜਾਂਦੇ ਨੇ। But I think somewhere now all of us would also know that there are unknown vested reasons why they do it. I don't want to say it, but those are ਪੋਲੀਟੀਕਲ ਪ੍ਰੈਸ਼ਰ maybe that. many things are there There are involved. several other things which is very unfortunate and that's why the police gets a bad name. And such ਕਰਨਾ ਚਾਹੁੰਦੇ ਵੀ ਹੋਣ ਤਾਂ ਵਿਚਾਰੇ ਕਰ ਨਹੀਂ ਪਾਉਂਦੇ ਇਹਦਾ ਮਤਲਬ। ਅਗਰ ਜੀ ਦੇਖੋ ਜੀ ਅਗਰ ਨੀਅਤ ਹੋਵੇ ਨਾ SHO ਦੀ ਅਗਰ ਉਹ ਅੜ ਜਾਵੇ ਕਿ ਨਹੀਂ ਮੈਂ ਕਰਨਾ ਹੈ ਉਹਨੂੰ I don't think DSP ਵੀ ਰੋਕ ਸਕਦਾ ਹੈ ਐਗਜ਼ੈਕਟਲੀ ਨਾ ਬਿਲਕੁਲ SSP ਰੋਕ ਸਕਦਾ ਹੈ ਬਿਲਕੁਲ he ਜੀ। has the power that's why I said the most powerful is actually the SHO Munshi and the single star ਐਗਜ਼ੈਕਟਲੀ ਅਗਰ if they make up their mind ਕਿ ਜੀ ਨਹੀਂ ਆਪਾਂ ਪਰਚਾ ਕਰਨਾ ਹੈ ਸਹੀ ਤਰੀਕੇ ਨਾਲ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਹੈ ਇਹ ਜਦ ਮੇਰਾ ਅੱਗ ਦਾ ਪਰਚਾ ਹੋਇਆ ਇਸ ਬੰਦੇ ਦੇ ਅਗੇਂਸਟ ਇਸ ਤੋਂ ਪਹਿਲਾਂ ਇੱਕ ਹੋਰ SHO ਸੀਗਾ he told the DSP in front of me ਕਿ ਜੀ ਮੈਂ ਇਹ ਪਰਚਾ ਨਹੀਂ ਕਰਾਂਗਾ ਓਕੇ despite of the special DGP's report
ਬਲੰਟਲੀ ਉਹਨੇ ਕਹਿ ਦਿੱਤਾ bluntly he didn't bother that I was sitting there ਐਂਡ ਇਨ ਫਰੰਟ ਆਫ ਹਿਸ ਆਫੀਸਰ in front of his senior. Like the DSP called him up and said that, you know, you must, it was on a speaker, he said you must do this and I'm sending him to you, this has been pending, there's a special DGP's report to see action leo. He said sir eh te main nahi karanga. It was that clear and I was shocked that, you know, how can an SHO deny a DSP? This is shocking. So I don't know how Punjab police works, how it operates, whether these SHOs have some other godfather sitting there to protect them, but it is seems like a messy kind of a. ਨਹੀਂ ਤੇ ਉਦੋਂ ਡੀਐਸਪੀ ਸਾਹਿਬ ਨੇ ਕਿਹਾ ਨਹੀਂ ਕਿ ਕੋਈ ਰੀਜ਼ਨ ਤਾਂ ਹੋਏਗਾ ਕਿ ਕਿਉਂ ਨਹੀਂ ਕੱਟਣਾ The DSP was trying to help me, and he kept saying, as per law, you will get justice. Okay. And it will be done, and ultimately it was done, but it was again done in a way where I haven't got justice because ਤੁਸੀਂ ਤਾਰਾ ਗਲਤ ਲਾ ਰਹੇ ਹੋ FIR ਦੇ ਉਹ ਸਾਰਾ basic ਖਰਾਬ ਕਰਤਾ ਬੰਦੇ ਦਾ complaint ਦਾ। ਨਾਂ ਨਹੀਂ ਇੰਕਲੂਡ ਕਰ ਰਹੇ ਤੇ FIR ਦਾ ਫਿਰ ਫਾਇਦਾ ਕੀ ਹੈ? ਨਹੀਂ ਫਿਰ ਜਿਹੜਾ ਕੰਪਲੇਨੈਂਟ ਹੈ ਜਦੋਂ ਉਹ ਦੱਸ ਰਿਹਾ ਕਿ ਕੌਣ ਬੰਦੇ ਨੇ ਫਿਰ ਵੀ ਨਾਮ ਨਾ ਐਡ ਹੋਵੇ ਦੈਟ ਇਜ਼ ਤੋਂ They even told me ਕਿ ਤੁਸੀਂ ਇਹਦਾ ਨਾਂ ਲਿਖਿਓ Okay. in the end. ਤਾਂ ਫਿਰ ਉਹ ਤੁਹਾਡੀ ਸਟੇਟਮੈਂਟ ਹੋਈ ਕਿ ਉਹਨਾਂ ਦੀ ਸਟੇਟਮੈਂਟ ਹੋਈ ਉਹ ਉਹਨਾਂ ਦੀ Scripted statement statement. ਉਹਨਾਂ ਨੇ 10 ਵਾਰੀ ਮੈਨੂੰ with typhoid I was sitting in the thana and first statement, second statement, third statement, so I was getting fever, you know, I was down with fever and I said ਤੁਹਾਨੂੰ ਕਿੰਨੀ ਵਾਰੀ ਤੇ ਮੈਂ ਪਹਿਲਾਂ ਵੀ 15-16 ਵਾਰੀ DSP ਸਾਹਿਬ ਨੂੰ ਦੇ ਦਿੱਤੀ ਹੈ, how many, and there is a report by the special DGP Punjab State Human Rights Commission. ਮਤਲਬ ਉਹ ਰਿਪੋਰਟ ਸਿਰਫ ਕਾਗਜ਼ ਦੇ ਪੰਨੇ ਹੀ ਸੀਗੇ ਹਾਂ ਦੇ ਸੈਡ ਜੀ ਤੁਸੀਂ ਨਾ ਦੇਖੋ ਇਦਾਂ ਲਿਖ ਦੋ ਕਿ ਹੀ ਵਾਸ ਉਹਨੇ ਅੱਗ ਨਹੀਂ ਲਾਈ, ਉਹ ਸੀਗਾ ਉੱਥੇ ਪਰ ਉਹਨੇ ਅੱਗ ਨਹੀਂ ਲਾਈ। ਆਈ ਸੈਡ ਚਲੋ ਜੀ ਤੁਸੀਂ ਦੇ ਸੈਡ ਬਾਅਦ ਚ ਆਪਾਂ ਇਨਵੈਸਟੀਗੇਸ਼ਨ ਚ ਉਹਦਾ ਨਾਂ ਲਿਖ ਤੇ ਤੁਸੀਂ ਕਿਹਾ ਨਹੀਂ ਸਰ ਜਿਹੜੀ ਸਕ੍ਰਿਪਟ ਮੈਨੂੰ ਦੇ ਰਹੇ ਹੋ ਫਿਰ ਜੇ ਤੁਸੀਂ ਲਿਖਣਾ ਤੁਸੀਂ ਆਪ ਹੀ ਲਿਖ ਲਓ ਹੁਣ ਤੁਸੀਂ ਉਹਨਾਂ ਨੂੰ ਉਹਨਾਂ ਦੇ ਨਾਲ ਥੋੜਾ ਅਗਰ ਗੁੱਸੇ ਹੁੰਦੇ ਹੋ ਫਿਰ ਕੀ Misbehave. ਕਰਦੇ? ਨਹੀਂ ਦੈਨ ਦੇ ਡੀਫੇਮ ਯੂ ਵਿਦ ਦੀ ਐਸਐਸਪੀ ਇਹ ਜੀ ਸਾਨੂੰ ਤੰਗ ਕਰਦੇ ਸਾਡੇ ਨਾਲ ਸਹੀ ਗੱਲ ਨਹੀਂ ਕਰਦੇ exactly. ਸੋ ਦੇ ਵਿਲ ਹਰਾਸ ਯੂ ਸੋ ਯੂ ਕੈਨ ਨਾਟ ਲੂਜ਼ ਯੋਰ ਕੂਲ। ਐਗਜ਼ੈਕਟਲੀ ਸੋ ਉਹ ਅਲਟੀਮੇਟਲੀ ਆਈ ਸੈਡ ਜੀ ਚਲੋ ਤੁਸੀਂ ਪਰਚਾ ਤੇ ਕਰੋ, ਆਈ ਮੀਨ ਕੁਛ ਤੇ ਹੋਵੇ ਕੁਝ ਤਾਂ ਹੋਵੇ I give up. But the main thing is I have a government document and the action is not taken basis that. So fire, electricity, water, all these things happened, and on top of that, this same gang, which is the Sabka Sarpanch, he was suspended. His name is Manful Singh. ਇਹਨੇ ਸਾਡੇ ਫਾਰਮ ਦੇ ਸਾਹਮਣੇ ਪੰਚਾਇਤ ਦੀ 7 ਏਕੜ ਦੀ ਜ਼ਮੀਨ ਹੈ, ਉਹ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਹਦੇ ਚ ਵਾਈ ਆਮ ਯੂਜ਼ਿੰਗ ਦ ਟਰਮ ਦਬਾਨ, ਮੈਂ ਕਿਸੇ ਨੂੰ ਡੀਫੇਮ ਨਹੀਂ ਕਰ ਰਿਹਾ। ਰਿਪੋਰਟ ਹੈਗੀ ਗਵਰਨਮੈਂਟ ਰਿਪੋਰਟ, ਓਕੇ ਜੋ ਇਹਨੇ ਗਲਤ ਮਤਾ ਪਾਇਆ ਸੀ ਉਹ ਮਤਾ ਕੈਂਸਲ ਵੀ ਹੋਇਆ ਹੈ। ਉੱਥੇ ਇੱਕ ਸਾਬਕਾ ਮਿਨਿਸਟਰ ਨੇ ਆ ਕੇ ਉੱਥੇ ਪੱਥਰ ਵੀ ਲਾਇਆ ਸੀ ਜੋ ਇਹਦਾ ਸਪੋਰਟ ਕਰਦੇ ਸੀ, ਉਹ ਪੱਥਰ ਹੁਣੇ ਵੀ ਉੱਥੇ ਕੀ ਬਣਨ ਲੱਗਿਆ ਸੀ ਜੀ? ਇਹ 33 ਸਾਲ ਦੀ ਲੀਜ਼ ਦੇ ਉੱਤੇ ਕਰੋੜਾਂ ਦੀ ਪ੍ਰਾਪਰਟੀ ਪੰਚਾਇਤ ਦੀ ਦੇ ਰਹੇ ਸੀ, ਕੋਈ ਹੋਲਿਸਟਿਕ ਸੈਂਟਰ ਹੈ ਕਲੇਅਰ ਹੋਲਿਸਟਿਕ ਸੈਂਟਰ ਨੂੰ। ਹੁਣ ਮੈਨੂੰ ਪਤਾ ਨਹੀਂ ਕਿ ਤੁਸੀਂ ਇੰਨਾ ਹੋਲਿਸਟਿਕ ਸੈਂਟਰ ਬੋਲੇ ਸੀ 200 ਸੀਟਰ ਹਸਪਤਾਲ ਆਊਗਾ, ਆਈ ਡੋਂਟ ਥਿੰਕ ਫੋਰਟਿਸ ਵੀ ਹੁਣੇ 200 ਸੀਟਰ ਹੈਗਾ। ਇਟਸ ਹਾਰਡ ਫॉर ਮੀ ਟੂ ਯੂ نو ਐਕਚੁਅਲੀ ਬਿਲੀਵ ਕਿ ਇੱਕ ਪਿੰਡ ਵਿੱਚ 200 ਸੀਟਰ ਹਸਪਤਾਲ ਆਊਗਾ। ਸ਼ਹਿਰ ਹੀ ਆਂਦਾ ਨਹੀਂ ਤੇ ਪਿੰਡ ਚ ਆਦੇ ਆ ਜਿਹੜੇ ਆਪਣੇ ਹੈਗੇ ਨੇ ਉਹ ਵੀ ਨਹੀਂ ਮੇਨਟੇਨ ਹੁੰਦੇ। ਯਾ ਆਈ ਮੀਨ I would have been very happy ਅਗਰ ਹਸਪਤਾਲ ਇੱਥੇ ਹੁੰਦਾ, ਸਾਡੀ ਤੇ ਫੈਸਿਲਿਟੀ ਬਹੁਤ ਵਧੀਆ ਹੋ ਜਾਂਦੀ। ਚਲੋ ਫਿਰ ਤਾਂ ਤੁਹਾਡੀ ਪ੍ਰਾਪਰਟੀ ਦੀ ਵੀ ਐਪਰੀਸੀਏਸ਼ਨ ਜਾਂਦੀ। ਯਾ I would have been very happy ਅਗਰ 100 ਬੈਡਡ ਵੀ ਬਣ ਜੇ ਉਹ ਤੇ ਸਾਡਾ ਫਾਇਦਾ ਹੋਣਾ ਸੀ। ਪਰ I had my doubts because ਜੋ ਲੋਕ ਇਹਦੇ ਚ ਇਨਵੋਲਵਡ ਸੀਗੇ ਉਹੀ ਸਾਡੇ ਘਰ ਦੇ ਉੱਤੇ ਅੱਗ ਲਾ ਰਹੇ ਸੀ, ਉਹੀ ਸਾਡੀ ਬਿਜਲੀ ਕੱਟ ਰਹੇ ਸੀ, ਮਤਲਬ ਉਹ ਹਸਪਤਾਲ ਕਿਸੇ ਨੂੰ ਬਚਾਉਣ ਵਾਸਤੇ ਕਿਸੇ ਨੂੰ ਮਾਰ ਰਹੇ ਨੇ। ਯਾ ਸੋ ਉਹ ਉੱਥੇ ਮੈਨੂੰ ਡਾਊਟ ਆਈ। ਸੈਕਿੰਡ ਡਾਊਟ ਕੇਮ ਇਨ ਕਿ ਸਾਡੀ ਨਾ 40 ਸਾਲ ਪੁਰਾਣੀ ਰਾਹ ਆਂਦੀ ਹੈ। ਹੁਣ ਇੱਕ ਲਾਅ ਹੈਗਾ ਈਜ਼ਮੈਂਟ ਰਾਈਟ ਦਾ, ਰਾਈਟ ਆਫ ਵੇ ਐਸ ਪਰ ਦੀ ਲਾਅ ਆਫ ਦਿਸ ਨੇਸ਼ਨ, ਐਂਡ ਇਹ ਰਾਹ ਮੀ ਐਂਡ 2 ਅਦਰ ਫਾਰਮ ਹਾਊਸ ਓਨਰਸ, ਇੱਕ ਫਾਰਮ ਹਾਊਸ ਓਨਰ ਤੋਂ 70 ਸਾਲ ਤੋਂ ਰਾਹ ਯੂਜ਼ ਕਰ ਰਿਹਾ ਹੈ। ਓਕੇ ਇਟਸ ਅ ਕਾਮਨ ਲੈਂਡ, ਉੱਥੇ ਕੋਈ ਇਨਕਰੋਚਮੈਂਟ ਨਹੀਂ ਹੈ। ਉਹ ਰਾਹ ਇਹ ਬੰਦ ਕਰਕੇ ਸਾਡੇ ਗੇਟ ਦੇ ਸਾਹਮਣੇ ਕੰਨ ਖਿੱਚ ਕੇ ਇਹ ਸਾਰੇ ਜ਼ਮੀਨ ਦਾ ਕਬਜ਼ਾ ਕਰਨਾ ਇਹਨਾਂ ਦਾ ਪਲਾਨ ਸੀ 33 ਸਾਲ ਦੀ ਲੀਜ਼ ਦੇ ਉੱਤੇ। ਸੋ ਆਈ ਫਾਊਂਡ ਦ ਹੋਲ ਥਿੰਗ ਵੈਰੀ ਵੈਰੀ odd, and I was again a whistleblower on this along with some villagers, and ਉਹ ਮਤਾ ਆਪਾਂ ਕੈਂਸਲ ਕਰਾਇਆ ਸੀ। ਉਹਦੇ 'ਚ ਇਸ ਸਾਬਕਾ ਸਰਪੰਚ ਨੇ ਆ ਕੇ ਸਰਕਾਰੀ ਪੈਸੇ ਨਾਲ, ਜਿਹਦੀ ਮੇਰੇ ਕੋਲ ਫਿਰ ਮਤਲਬ ਕਰਨ ਜੀ
ਜਿਹੜਾ ਮੇਨ ਮਿਰਜ਼ਾਪੁਰ ਦਾ ਹੀਰੋ ਹੈ ਤੁਹਾਡੇ ਇੱਥੇ ਮਿਰਜ਼ਾਪੁਰ ਦਾ, ਉਹ ਹੈ ਤੁਹਾਡੇ ਸਰਪੰਚ, ਸਾਬਕਾ ਸਰਪੰਚ। ਹੀ ਇਜ਼ ਦਾ ਮੇਨ ਹੀਰੋ ਆਫ ਆਲ ਦਿਸ ਸਟੋਰੀ। ਹੀ ਇਜ਼ ਦ ਮੇਨ ਪਰਸਨ ਬਿਹਾਈਂਡ। ਮੈਂ ਹੀਰੋ ਇਸ ਕਰਕੇ ਕਹਿ ਰਿਹਾ ਕਿ ਉਹ ਇਕੱਲੇ ਬੰਦੇ ਨੇ ਕਿੰਨਿਆਂ ਨੂੰ ਵਿਪਤਾ ਪਾਈ ਹੋਈ ਹੈ। ਬਿਲਕੁਲ ਬਿਲਕੁਲ ਜੀ। ਉਹਨੇ ਤੁਹਾਨੂੰ ਵਿਲਨ ਵੀ ਪ੍ਰੂਵ ਕਰ ਦਿੱਤਾ, ਉਹਨੇ ਤੁਹਾਨੂੰ ਹਰ ਚੀਜ਼ all whatever he can do with you has done with you. Yes. He even attacked, tried an attempt to attack us, our vehicles and things like that. Okay. So that is also on record. So I mean ਬੰਦੇ ਨੂੰ ਬਿਜਲੀ ਨਹੀਂ ਛੱਡੀ, ਅੱਗ ਲਾ ਦਿੱਤੀ, ਪਾਣੀ ਖੇਤੀ ਸਾਡੀ 2 ਸਾਲ ਬੰਦ ਸੀ, ਸਾਡੀ ਗੇਟ ਦੇ ਸਾਹਮਣੇ ਕੰਨ ਖਿੱਚਣ ਦੀ ਕੋਸ਼ਿਸ਼ ਕੀਤੀ, ਰੋਡ ਤੋੜਨ ਦੀ। ਦੈਨ ਸੀਨੀਅਰ ਅਫਸਰਾਂ ਨੂੰ ਜਾ ਕੇ ਬੋਲਾ ਕਿ ਜੀ ਇਹਨੇ ਪੰਚਾਇਤ ਦੀ ਜ਼ਮੀਨ ਦੇ ਉੱਤੇ ਇਨਕਰੋਚਮੈਂਟ ਕਰ ਦਿੱਤੀ। ਕਰਨ ਜੀ ਤੁਸੀਂ ਦੱਸ ਰਹੇ ਸੀ ਡੀਸੀ ਰੋਪੜ ਨੇ ਇਨਵੈਸਟੀਗੇਸ਼ਨ ਕੀਤੀ ਸੀ ਤੁਹਾਡੇ ਮੈਟਰ ਦੀ, ਹਾਂਜੀ, ਤੇ ਕੀ ਰਿਜ਼ਲਟ ਆਇਆ ਫਿਰ ਉਸ ਤੋਂ ਬਾਅਦ? ਉੱਥੇ ਜੀ ਇੰਟਰਸਟਿੰਗਲੀ ਇਸ ਮੁਦਈ ਕੀਤਾ ਹੋਇਆ ਸਰਪੰਚ, ਸਾਬਕਾ ਸਰਪੰਚ ਮਨਫੂਲ ਸਿੰਘ, ਇਹਦਾ ਰਿਸ਼ਤੇਦਾਰ ਵੀ ਆਇਆ ਸੀ ਜੋ ਨੰਬਰਦਾਰ ਸੀ। ਉੱਥੇ ਡੀਸੀ ਮੈਡਮ ਨੇ ਇੱਕ ਸਿੰਪਲ ਜੀ ਗੱਲ ਪੁੱਛੀ ਕਿ ਜੀ ਤੁਸੀਂ ਦੱਸੋ ਕਿ ਸ਼ਾਮਲਾਟ ਦੀ ਜ਼ਮੀਨ ਦੇ ਉੱਤੇ ਕੋਈ ਕਬਜ਼ਾ ਹੈਗਾ ਕਿ ਨਹੀਂ। ਮੈਂ ਨਹੀਂ ਪੁੱਛ ਰਹੀ ਕਿਹਨੇ ਕੀਤਾ ਹੈ, ਕੁਝ ਬਈ ਉੱਥੇ ਕਬਜ਼ਾ ਹੈ ਕਿ ਨਹੀਂ ਹੈ। ਗੱਲ ਤੁਸੀਂ ਰੌਲਾ ਜਾ ਪਾ ਰਹੇ ਹੋ ਕਿ ਕਰਨ ਸਿੰਘ ਨੇ ਕੀਤਾ ਹੈ, ਤੁਸੀਂ ਮੈਨੂੰ ਦੱਸੋ ਕੋਈ ਵੀ ਬੰਦੇ ਨੇ ਕੀਤਾ ਹੈ ਕਬਜ਼ਾ। ਉਹਨੇ ਉੱਥੇ 10 ਲੋਕ ਸੀ, 10-12 ਲੋਕ, ਉਹਦੇ ਸਾਹਮਣੇ ਬੋਲਿਆ ਨਹੀਂ ਮੈਡਮ ਕਿਸੇ ਨੇ ਕੋਈ ਕਬਜ਼ਾ ਨਹੀਂ ਕੀਤਾ। ਉੱਥੇ ਸਾਬਕਾ ਸਰਪੰਚ ਵੀ ਸੀ, ਇਹ ਮਨਫੂਲ ਸਿੰਘ ਤੋਂ ਪਹਿਲਾਂ, ਅਮਰੀਕ ਸਿੰਘ, ਉਹਨੇ ਵੀ ਆਪਣਾ ਬਿਆਨ ਦਿੱਤਾ ਹੈ ਲਿਖੇ 'ਚ ਕਿ ਇੰਨੇ ਸਾਲਾਂ ਤੋਂ ਇਹ ਪਰਿਵਾਰ ਇੰਨਾ ਰਿਸਪੈਕਟਡ ਹੈਗਾ, ਕਦੀ ਸਾਨੂੰ ਕੋਈ ਦਿੱਕਤ ਨਹੀਂ ਆਈ, ਇਹਨਾਂ ਨੇ ਕੋਈ ਕਬਜ਼ਾ ਨਹੀਂ ਕੀਤਾ। ਹੈਂਸ ਇਟ ਵਾਸ ਪ੍ਰੂਵਨ ਕਲੀਅਰਲੀ। ਇਹਨੇ ਫਿਰ DDPO ਜਾ ਕੇ ਉੱਥੇ ਸੈਕਸ਼ਨ 7 ਦਾ ਕੇਸ ਮੇਰੇ ਉੱਤੇ ਪਾਇਆ ਕਿ ਜੀ ਇਹਨਾਂ ਨੇ ਗਲਤ, ਮਤਲਬ ਇਹਨਾਂ ਦੀ ਆਦਤ ਹੈਗੀ ਕਿ ਬੰਦੇ ਨੂੰ ਉਲਝਾਓ, ਤੰਗ ਕਰੋ, ਫਾਲਸ ਕੇਸਿਸ ਵਿੱਚ ਇੰਪਲੀਮੈਂਟ ਕਰੋ। ਉੱਥੇ ਵੀ ਫਾਈਨਲੀ ਸੈਕਸ਼ਨ 7 ਮੇਰੇ ਹੱਕ ਵਿੱਚ ਆ ਗਿਆ। ਐਂਡ ਵਿੱਚ DDPO ਨੇ ਲਿਖਿਆ ਹੈਗਾ ਕਿ ਕੋਈ ਰੋਡ ਤੋੜ ਨਹੀਂ ਸਕਦਾ ਕਿਉਂਕਿ ਐਜ਼ ਪਰ DC ਰੋਪੜ ਦੀ ਰਿਪੋਰਟ ਵਿੱਚ ਇਹ ਰਾਹ ਪਿਛਲੇ 40 ਸਾਲ ਤੋਂ ਆ ਰਿਹਾ। ਤੇ ਬੰਦਾ ਕੀ ਅਨਓਫੀਸ਼ੀਅਲੀ ਆਮ ਜਸਟ ਅਸਿਊਮਿੰਗ ਕਿ ਬੰਦਾ ਕੀ ਹੈਲੀਕਾਪਟਰ ਚ ਆਊਗਾ ਆਪਣੇ ਘਰ। ਐਗਜ਼ੈਕਟਲੀ। ਸੋ ਔਰ ਉਹ ਵੀ 3 ਫਾਰਮ ਹਾਊਸ, ਉਹਦੇ ਉੱਤੇ ਉਹੀ ਰਾਹ ਪੰਚਾਇਤ ਦੀ ਜ਼ਮੀਨ ਨੂੰ ਵੀ ਆ ਰਿਹਾ। ਤੇ ਕਬਜ਼ਾ ਕਿਸ ਚੀਜ਼ ਦਾ ਹੈ? ਥੀਸ ਆਰ ਆਲ ਟੈਕਟਿਕਸ ਦੇ ਯੂਜ਼ ਟੂ ਡੀਫੇਮ ਅ ਵਿਸਲ ਬਲੋਅਰ, ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਫਸਾਓ। ਜੋ ਆਵਾਜ਼ ਚੱਕੇ ਉਹਦੇ ਉੱਪਰ ਝੂਠੇ ਪਰਚੇ ਕਰਾਈ ਜਾਓ, ਕੰਪਲੇਂਟਸ ਪਾਈ ਜਾਓ, ਝੂਠੇ ਪਰਚੇ, ਝੂਠੇ ਕੇਸਿਸ, ਉਹਨੂੰ ਡੀਫੇਮ ਕਰੋ। ਦੇ ਆਰ, ਔਰ ਇਹ ਸਾਰੇ ਇਲਿਟਰੇਟ ਜੇ ਲੋਕ ਹੈ, ਦੇ ਡੋਂਟ ਨੋ ਦ ਲਾਅ ਆਲਸੋ। ਐਗਜ਼ੈਕਟਲੀ। ਬਸ ਇਹਨਾਂ ਦੇ ਨਾਲ ਕੋਈ ਗਲਤ ਟਾਈਪ ਦੇ ਵਕੀਲ ਹੈਗੇ ਜੋ ਇਹਨਾਂ ਦਾ ਸਪੋਰਟ ਕਰਦੇ ਰਹਿੰਦੇ। ਪਤਾ ਨਹੀਂ ਉਹਨਾਂ ਨੂੰ ਵੀ ਸ਼ਾਇਦ ਧਮਕਾ ਕੇ ਹੀ ਲੈਂਦੇ, ਮੈਨੂੰ ਨਹੀਂ ਪਤਾ ਕਿਹੜਾ ਜੋ ਵੀ, ਮਤਲਬ ਇਹਨਾਂ ਦਾ ਕੀ ਕਨੈਕਸ਼ਨ ਹੈ। ਹਾਂ, ਮੈਨੂੰ ਗੱਲ ਜੀ ਔਰ ਜੀ ਲੱਗੀ ਹੈ ਕਿ ਇਨ ਸੋਸਾਇਟੀ ਹਾਊ ਇਜ਼ ਅ ਵਕੀਲ ਆਲਸੋ ਸਟੈਂਡਿੰਗ ਵਿਦ them। ਐਗਜ਼ੈਕਟਲੀ ਜੀ। ਸੋ ਇੱਥੇ ਮੈਂ ਦਿਖਾਣਾ ਚਾਹਾਂਗਾ, ਇਹ ਹੈਗਾ ਜਿੱਥੇ ਆ ਕੇ ਇਹਨਾਂ ਨੇ ਇਨੋਗੂਰੇਟ ਕੀਤਾ ਸੀ ਇਹ ਮਤਾ ਪਾ ਕੇ ਇਸ ਜ਼ਮੀਨ ਦਾ, ਸੇਮ ਸ਼ਾਮਲਾਟ ਜ਼ਮੀਨ, ਸੇਮ ਜ਼ਮੀਨ। ਤੇ ਇਹ ਕੈਂਸਲ ਵੀ ਹੋ ਗਈ ਸੀਗੀ। ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਟਾਈਮ ਸੀ। ਤੇ ਇਹਦੇ ਉੱਤੇ ਸਾਰੇ ਪਿੰਡ ਨੇ ਰੌਲਾ ਪਾਇਆ ਸੀ। ਤੇ ਇੱਥੇ ਕੀ ਬਣਾਉਣਾ ਕੀ ਸੀ ਜੀ ਇੱਥੇ ਜਿਹੜਾ ਮਤਾ ਪਾਇਆ ਸੀ? 200 ਬੈਡਸ ਦਾ ਹਸਪਤਾਲ, ਜੋ ਵਿਚ ਇਜ਼ ਵੈਰੀ ਹਾਰਡ ਫॉर ਮੀ ਟੂ ਬਲੀਵ, ਜਿੱਥੇ ਫੋਟੋਸ ਜਾਂ ਮੈਕਸ ਵੀ ਨਹੀਂ ਹੈਗਾ, 200 ਸੀਟਰ ਦਾ ਹਸਪਤਾਲ। ਤੇ ਆਈ ਮੀਨ ਦੈਨ ਆਫਟਰ ਦਿਸ ਮਤਾ ਗॉट ਕੈਂਸਲ, ਪੂਰਾ ਪਿੰਡ ਆਇਆ। ਉਹਨਾਂ ਨੇ ਜੋ ਉਸ ਟਾਈਮ ਮੰਤਰੀ ਸੀਗੇ ਉਹਨਾਂ ਦੇ ਅਗੇਂਸਟ ਉਹਨਾਂ ਨੇ ਬੋਲਿਆ ਕਿ ਜੀ ਸਾਨੂੰ ਸਾਡੀ ਇਹ ਪੰਚਾਇਤ ਦੀ ਜ਼ਮੀਨ ਹੈ, ਤੁਸੀਂ ਨਹੀਂ ਲੈ ਸਕਦੇ। ਫਿਰ ਇਸ ਬੰਦੇ ਨੇ ਜਾ ਕੇ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਥੈਂਕਫੁਲੀ ਕੇਮ ਇਨ ਵਿਦ ਦ ਗ੍ਰੇਸ ਆਫ ਗॉड, ਔਰ ਉਹਨਾਂ ਨੇ ਪੰਜਾਬ ਨੂੰ ਬਚਾ ਦਿੱਤਾ ਕਾਫੀ, ਜੋ ਕਾਫੀ ਕੁਝ ਗਲਤ ਹੋ ਰਿਹਾ ਸੀ। ਐਗਜ਼ੈਕਟਲੀ ਜੀ। ਐਂਡ ਉਸ ਟਾਈਮ ਵੀ ਇਹ ਬੰਦਾ ਇਹਨੇ ਜਾ ਕੇ ਸ਼ਰਾਰਤ ਕੀਤੀ। ਇਹ MLA ਸਾਹਿਬ ਮਿਸਟਰ ਕੁਲਵੰਤ ਸਿੰਘ ਦੇ ਕੋਲ ਚਲਾ ਗਿਆ, ਉੱਥੇ ਬੋਲਦਾ ਹੈ ਕਿ ਮੇਰੇ ਸਾਰੇ ਅਪਰੂਵਲ ਹੈ ਤੇ ਮੈਂ ਕੰਸਟਰਕਸ਼ਨ ਸ਼ੁਰੂ ਕਰ ਰਿਹਾ। ਉਹਨਾਂ ਨੂੰ ਵੀ ਝੂਠ ਬੋਲ, ਹਾਂ, ਮਤਲਬ ਉਹਨਾਂ ਨੇ ਸਟੋਰੀ ਸੁਣਾ ਕੇ ਆ ਗਿਆ, ਗਲਤ ਸਟੋਰੀ। ਔਰ ਇਹਨੇ ਇੱਥੇ ਕਮਿਊਨਿਟੀ ਸੈਂਟਰ, ਉਹ ਕਮਿਊਨਿਟੀ ਸੈਂਟਰ ਤੇ ਦਿਸਦਾ ਨਹੀਂ ਹੈ ਜਿੱਦਾਂ ਕੋਈ ਸ਼ਮਸ਼ਾਨ ਘਾਟ ਹੈ। ਨਹੀਂ, ਜਿਹੜਾ ਇਹ ਹਸਪੀਟਲ ਬਣਨਾ ਸੀ ਕਰਨ ਜੀ, ਸੌਰੀ ਟੂ ਇੰਟਰਰਪਟ ਆ, ਇਹ ਤੁਹਾਨੂੰ ਟੋਕਰਿਆਂ ਵਿੱਚ, ਇਹ ਸਰਕਾਰੀ ਬਣਨਾ ਸੀ ਕਿ ਪ੍ਰਾਈਵੇਟ? ਕਿਸੇ ਪ੍ਰਾਈਵੇਟ। ਇਹ ਪ੍ਰਾਈਵੇਟ ਕੰਪਨੀ ਵਾਸਤੇ ਇਹਨਾਂ ਪ੍ਰਾਈਵੇਟ ਕੰਪਨੀ ਲੀਜ਼ ਦੇ ਉੱਤੇ ਲੈ ਰਹੀ ਸੀ, ਹੋਲਿਸਟਿਕ ਫਾਊਂਡੇਸ਼ਨ। ਔਰ ਉਹਦੀ ਅਗਰ ਤੁਸੀਂ ਥੋੜੀ ਜੀ ਬੈਕਗਰਾਉਂਡ ਚੈੱਕ ਵੀ ਕਰੋ, ਇਟ ਇਜ਼ ਨਾਟ ਅ ਵੈਰੀ, ਮਤਲਬ ਇੰਨੀ ਕੋਈ ਵਧੀਆ ਕੋਈ ਕੰਪਨੀ ਨਹੀਂ ਹੈਗੀ। ਉਹਦੇ ਜ਼ਿਆਦਾ ਕੁਝ ਪਤਾ ਜੀ? ਹਾਂਜੀ, ਇਹ ਸੀਗੇ ਮਿਸਟਰ ਕਲੇਅਰ ਹੂ ਵਾਜ਼ ਅ ਡਾਕਟਰ ਇਨ ਫੋਰਟਿਸ। ਓਕੇ। ਔਰ ਇਹ ਮੈਂ ਪਤਾ ਕਰਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਕਲੋਜ਼ ਸੀਗੇ। ਓਕੇ।
ਅਗੇਨ ਪੋਲੀਟੀਕਲ ਇੰਟਰਫੇਰੈਂਸ। ਪੋਲੀਟੀਕਲ ਇੰਟਰਫੇਰੈਂਸ, ਇੰਡਸਟਰੀਅਲਿਸਟ, ਉਹਦੀ ਕਲੇਅਰ ਫਾਊਂਡੇਸ਼ਨ ਦੀ ਮੈਂ ਸਾਰੀ ਬੋਰਡ ਤੇ ਮੈਂਬਰਸ਼ਿਪ ਵੀ ਦੇਖੀ ਹੈ। ਲੋਟ ਆਫ ਇੰਡਸਟਰੀਅਲਿਸਟ ਆਰ ਅ ਪਾਰਟ ਆਫ ਇਟ। ਓਕੇ। ਤੇ ਮੈਨੂੰ ਡਾਊਟ ਹੈਗਾ ਵਾਸ ਇਟ ਅ ਚੈਰੀਟੇਬਲ, ਦੇ ਆਰ ਕਮਿੰਗ ਅਪ ਵਿਦ ਚੈਰੀਟੇਬਲ? not at all. Commercial hospital? Commercial, proper commercial hospital. Okay. And the funny thing is that ਇਹਨਾਂ ਨੇ ਗਮਾਡਾ ਤੋਂ ਕੋਈ ਅਪਰੂਵਲ ਹੀ ਨਹੀਂ ਲਿੱਤਾ ਸੀ। ਹੁਣ ਮੇਰੇ ਲਈ ਇੱਕ ਕਮਰਾ ਵੀ ਮੈਨੂੰ ਕੰਸਟਰਕਟ ਕਰਨਾ ਹੋਵੇ ਆਪਣਾ ਖੇਤਾਂ ਦੇ ਵਿੱਚ, ਅਗਰ ਮੈਨੂੰ ਇੱਕ ਕਾਟੇਜ ਵੀ ਬਣਾਉਣੀ ਹੋਵੇ, ਮੈਂ ਬੋਲਾਂ ਮੈਨੂੰ ਜਾ ਕੇ ਗਮਾਡਾ ਕਦੀ ਪਰਮਿਸ਼ਨ ਹੀ ਨਹੀਂ ਦਊਗੀ। ਐਗਜ਼ੈਕਟਲੀ। ਯੂ ਨੋ, ਡਿਸਪਾਈਟ ਕਿ ਮੈਂ ਕੈਨੇਡਾ ਛੱਡ ਕੇ ਆ ਕੇ ਇੰਨਾ ਸ਼ੌਕ ਨਾਲ ਮੈਂ ਇਹ ਜਗ੍ਹਾ ਖੁਦ ਆਪਣੇ ਪੈਸੇ ਦੇ ਨਾਲ ਮੈਂ ਟੂਰਿਜ਼ਮ ਨੂੰ ਮੈਂ ਪ੍ਰਮੋਟ ਕਰ ਰਿਹਾ। ਮੇਰੇ ਕੋਲ ਪੰਜਾਬ ਟੂਰਿਜ਼ਮ ਦਾ ਲਾਇਸੈਂਸ ਹੈਗਾ ਐਂਡ ਉੱਥੇ ਵੀ ਇਹਨਾਂ ਨੇ ਕੋਈ ਪਰਮਿਸ਼ਨ ਨਹੀਂ ਲਿੱਤੀ ਤੇ ਸਰਕਾਰੀ ਪੈਸਾ ਨਾਲ ਕਮਿਊਨਿਟੀ ਸੈਂਟਰ ਪਾ ਦਿੱਤਾ। ਉਹਦੀ ਵੀ ਸਾਡੇ ਕੋਲ ਡਾਕੂਮੈਂਟ ਹੈਗੀ। ਤੁਸੀਂ ਇੱਕ ਪਹਿਲੇ ਉਹ ਦਿਖਾ ਰਹੇ ਸੀਗੇ, ਇਹ ਕੀ ਸੀਗਾ ਕਿ ਸਿੱਧੂ ਨੇ ਕੁਝ ਲਿਖਿਆ ਹੋਇਆ? ਹਾਂ, ਇਹ ਸਰਪੰਚ ਬੋਲ ਰਿਹਾ ਇੱਕ ਇੰਟਰਵਿਊ 'ਚ ਕਿ ਮੈਂ ਨਹੀਂ ਪਾਇਆ, ਕੋਈ ਸਿੱਧੂ ਨੇ ਬੋਲਿਆ ਮਤਾ ਪਾਓ। ਹੁਣ ਮੈਨੂੰ ਆਈ ਐਮ ਅਸਿਊਮਿੰਗ ਕਿ ਕੋਈ ਸ਼ਾਇਦ ਪੋਲੀਟੀਸ਼ੀਅਨ ਹੈਗੇ, ਕੋਈ ਸਿੱਧੂ ਜੋ ਵੀ ਹੈ, ਮਤਲਬ ਸਿੱਧੂ ਹਾਂ ਬੋਲਦਾ ਹੈ ਕਿਸੇ ਆਪਣਾ ਨਾ ਬਲੇਮ ਹੈ ਪਾਸ ਔਨ ਕਰ ਰਿਹਾ ਹੈ ਕੋਈ ਪੋਲੀਟੀਸ਼ੀਅਨ ਨੂੰ ਕਿ ਮੇਰਾ ਪਬਲਿਕਲੀ ਬੋਲ ਰਿਹਾ ਹੈ। ਹਾਂ, ਕਿ ਮੇਰਾ ਇਹਦੇ 'ਚ ਕੋਈ ਹੱਥ ਨਹੀਂ ਹੈਗਾ, ਇਹ ਸਿੱਧੂ ਨੇ ਬੋਲਿਆ ਮਤਾ ਪਾਓ। ਓਕੇ। ਆਈ ਡੋਨਟ ਨੋ ਹੂ ਇਜ਼ ਦਿਸ ਸਿੱਧੂ ਦੈਟ ਹੀ ਇਜ਼ ਰੈਫਰਿੰਗ ਟੂ, ਬਟ ਇਹਦੀ ਰਿਕਾਰਡਿੰਗ ਵੀ ਪ੍ਰੋ ਪੰਜਾਬ ਨੇ ਇਹਦਾ ਇੰਟਰਵਿਊ ਲਿੱਤਾ ਸੀ, ਸਾਰੇ ਪਿੰਡ ਨੇ ਇਹਨੂੰ ਘੇਰ ਲਿੱਤਾ ਸੀ, ਉਹਦੇ 'ਚ ਬੋਲ ਰਿਹਾ ਸੀ। ਓਕੇ। ਸੋ ਆਈ ਡੋਨਟ ਨੋ ਹੂਮ ਇਜ਼ ਹੀ ਰੈਫਰਿੰਗ ਟੂ। ਤੇ ਫਿਰ ਇਹ ਡਿਮੋਲੀਸ਼ਨ ਆਰਡਰ ਵੀ ਇਸ਼ੂ ਕੀਤਾ ਐਡੀਸ਼ਨਲ ਚੀਫ ਐਡਮਿਨਿਸਟ੍ਰੇਟਰ ਆਫ ਗਮਾਡਾ ਮਿਸਟਰ ਤਿਵਾਨਾ। ਓਕੇ। ਸ਼ੋਰੂਮ ਦੇ ਉੱਤੇ ਇਹਦੀ ਸ਼ੈਡ ਦੇ ਉੱਤੇ ਜੋ ਇਹਨੇ ਗਲਤ ਕੰਸਟਰਕਸ਼ਨ ਕੀਤੀ ਹੈਗੀ ਯੂਜ਼ਿੰਗ ਗਵਰਨਮੈਂਟ ਫੰਡਸ। ਮਤਲਬ ਇੱਕ ਮਿੰਟ ਦਿਖਾਉਂਗੇ ਮੈਨੂੰ, ਮਤਲਬ ਇਹ ਜੋ ਤੁਸੀਂ ਦਿਖਾ ਰਹੇ ਹੋ ਇਹ ਗਮਾਡਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮਤਲਬ ਇਹ ਗਵਰਨਮੈਂਟ ਪੇਪਰ ਹੈ ਗਮਾਡਾ ਦਾ ਆਪਣਾ, ਜਿਹੜੇ ਡਿਮੋਲੀਸ਼ਨ ਦੇ ਆਰਡਰ ਨੇ? ਬਿਲਕੁਲ ਆਰਡਰ ਹੈਗੇ ਕਿ ਇਹ ਤੋੜਿਆ ਜਾਵੇ, ਇਹਨਾਂ ਨੇ ਕੋਈ ਪਰਮਿਸ਼ਨ ਨਹੀਂ ਲਿੱਤੀ ਹੈ। ਓਕੇ। ਤੇ ਇਹ ਤੇ ਕਾਰਵਾਈ ਹੁਣ ਕਿੱਥੇ ਖੜੀ ਹੈ ਜੀ, ਸਟੈਂਡ ਕਿੱਥੇ? ਇਹਦੇ ਬਾਅਦ ਮੈਂ ਗਿਆ ਸੀ ਮਿਸਟਰ ਤਿਵਾਨਾ ਦੇ ਕੋਲ, ਉਹਨਾਂ ਨੇ ਕਰੀਬਨ 8-9 ਵਾਰੀ ਮੈਨੂੰ ਬਾਰ-ਬਾਰ ਬੁਲਾ ਕੇ ਪੁੱਛਿਆ ਕਿ ਤੁਸੀਂ ਕਿਉਂ ਚਾਹੁੰਦੇ ਹੋ। ਆਈ ਸੈਡ ਮੈਂ ਨਹੀਂ ਚਾਹੁੰਦਾ, ਮੈਂ ਤੇ ਇਹ ਬੋਲ ਰਿਹਾ ਕਿ ਅਗਰ ਉਹਨਾਂ ਨੂੰ ਅਲਾਉਡ ਹੈਗਾ ਤੇ ਫਿਰ ਮੈਨੂੰ ਵੀ ਅਲਾਉਡ ਹੋਣਾ ਚਾਹੀਦਾ। ਰੂਲ ਲਾਅ ਸ਼ੁੱਡ ਬੀ ਦ ਸੇਮ ਫॉर। ਨਹੀਂ, ਨਾਲੇ ਦੂਜੀ ਗੱਲ ਪਿੰਡ ਵਾਲਿਆਂ ਨੇ ਮਤਾ ਜਦ ਕੈਂਸਲ ਹੀ ਕਰ ਦਿੱਤਾ। ਹਾਂ, ਮਤਾ ਤਾਂ ਕੈਂਸਲ ਕਰਤੇ ਨਾ। ਯੈਸ। ਤੇ ਇਹਦੇ ਬੇਸਿਸ ਦੇ ਉੱਤੇ ਤੁਸੀਂ ਇੱਥੇ ਦੇਖੋ, ਇਹ ਡਾਇਰੈਕਟਰ ਪੰਚਾਇਤ ਵਿਭਾਗ ਹੈਗੇ, ਉਹਨਾਂ ਦੇ ਸਸਪੈਂਸ਼ਨ ਆਰਡਰਸ ਹੈ ਜੋ ਇਹਨਾਂ ਨੇ ਇਸ ਸਰਪੰਚ ਨੂੰ ਸਸਪੈਂਡ ਵੀ ਕੀਤਾ। ਓਕੇ। ਕਿ ਇਹਨੇ ਪਰਮਿਸ਼ਨ ਨਹੀਂ ਲਿੱਤੀ ਸੀ ਸਾਰੇ ਸਰਕਾਰੀ ਮਹਿਕਮਾ ਤੋਂ ਤੇ ਇਹਨੂੰ ਮੁਦਈ ਕੀਤਾ ਜਾਵੇ। ਓਕੇ। ਥੀਸ ਆਰ ਦੀ ਸਸਪੈਂਸ਼ਨ ਆਰਡਰਸ ਆਫ ਸਰਪੰਚ। ਸਸਪੈਂਸ਼ਨ ਆਰਡਰਸ ਆਫ ਦ ਸਰਪੰਚ ਫਰਮ ਡਾਇਰੈਕਟਰ ਪੰਚਾਇਤ ਮਨਫੂਲ ਸਿੰਘ। ਓਕੇ। ਐਂਡ ਉਹਦੇ ਉੱਤੇ ਡੀਡੀਪੀਓ ਦੀ ਵੀ ਰਿਪੋਰਟ ਹੈਗੀ ਵੇਅਰ ਹੀ ਹੈਡ ਡਨ ਅ ਥਰੋ। ਇਹਨਾਂ ਨੇ ਕਾਫੀ ਟਾਈਮ ਲਿੱਤਾ ਸੀ ਔਰ ਇਹਨਾਂ ਨੇ ਵੀ ਲਿਖਿਆ ਕਿ ਮਤਲਬ ਇਹਨਾਂ ਕੋਲ ਵੈਲਿਡ ਪ੍ਰੂਫ ਸੀਗੇ ਉਹਨੂੰ ਸਸਪੈਂਡ ਕਰਨ ਵਾਸਤੇ। ਯੈਸ। ਹੀ ਵਾਸ ਨਾਟ ਡੂਇੰਗ ਹੀ ਵਾਸ ਡੂਇੰਗ ਇਲੀਗਲ ਐਕਟ। illegal act, they have mentioned it very very clearly। ਫਿਰ ਇਹਨੇ ਸਟੇ ਵੀ ਲੈਣ ਦੀ ਕੋਸ਼ਿਸ਼ ਕੀਤੀ ਇਹਦੇ ਉੱਤੇ, ਉਹ ਵੀ ਡਿਕਲਾਈਨ ਹੋ ਗਈ ਬਾਈ ਐਡੀਸ਼ਨਲ। ਤੇ ਹੁਣ ਜਿਹੜੇ ਸਾਬਕਾ ਸਰਪੰਚ ਜੀ ਜਿਹੜੇ ਸਸਪੈਂਡ ਹੋਏ, ਇਹ ਹੁਣ ਹੱਲੀ ਕਿਸੇ ਪੋਲੀਟੀਕਲ ਪਾਰਟੀ ਨਾਲ ਕਨੈਕਟਡ ਨੇ ਕਿ ਹੀ ਇਜ਼ ਲਾਈਕ ਨਾਓ ਸਸਪੈਂਡਡ ਸਰਪੰਚ ਓਨਲੀ? ਹੀ ਸਸਪੈਂਡਡ ਸਰਪੰਚ, ਪਰ ਉਹ ਇੱਥੇ ਉੱਥੇ ਹੱਥ ਤੇ ਮਾਰਦੇ ਰਹਿੰਦੇ, ਕੋਈ ਸਮ ਗॉडਫਾਦਰ ਇਜ਼ देयर ਵਿਦ ਹਿਮ। ਓਕੇ। ਐਂਡ ਇਹ ਸਾਰੇ ਹੀ ਸਰਕਾਰੀ ਡਾਕੂਮੈਂਟਸ ਨੇ ਜਿਹੜੇ ਕਰਨ ਜੀ ਸਾਨੂੰ ਦਿਖਾ ਰਹੇ ਨੇ, ਜਿਹਦੇ ਵਿੱਚ ਡੈਮੋਲੀਸ਼ਨ ਆਰਡਰਸ ਹਰ ਚੀਜ਼ ਹੈਗੀ ਹੈ, ਸਰਕਾਰੀ ਆਰਡਰ ਨਿਕਲੇ ਹੋਏ ਨੇ ਕਿ ਇਸ ਸਟਰਕਚਰ ਨੂੰ ਡਿਮੋਲਿਸ਼ ਕੀਤਾ ਜਾਵੇ। ਇਹ ਅਸੀਂ ਨਹੀਂ ਕਹਿ ਰਹੇ, ਸਰਕਾਰੀ ਕਾਗਜ਼ ਕਹਿ ਰਹੇ ਨੇ। ਤੇ ਇੱਕ ਹੋਰ ਡਿਮੋਲੀਸ਼ਨ ਆਰਡਰ ਵੀ ਹੈਗਾ ਇਹਦਾ, ਜੋ ਇਹਨੇ ਖੇਤਾਂ ਦੇ ਵਿੱਚ ਆਪਣਾ ਇੱਕ ਸ਼ੋਰੂਮ ਬਣਾਇਆ ਹੈ। ਓਕੇ। ਉੱਥੇ ਵੀ ਗਮਾਡਾ ਆਏ ਸੀ ਆਪਣੀ ਜੀਸੀਬੀ ਲੈ ਕੇ, ਇਹਨੇ ਆਪਣੀ ਕੰਬਾਈਨਾਂ ਉੱਥੇ ਖੜੀ ਕਰਕੇ, ਮੈਂ ਸੁਣਿਆ ਹੈ ਕਿ ਅਸਲੇ ਵੀ ਕੱਢੇ ਸੀ, ਇਹਨੇ ਪੁਲਿਸ ਨੂੰ ਵੀ ਭਜਾ ਦਿੱਤਾ ਸੀ। ਤੇ ਉਹ ਸ਼ੋਰੂਮ ਹਲੇ ਵੀ ਨਹੀਂ ਟੁੱਟਿਆ? ਉਹ ਹੁਣੇ ਵੀ ਨਹੀਂ ਟੁੱਟਿਆ। ਉਹਦੀ ਮੈਂ ਆਰਟੀਆਈ ਪਾਈ, ਪਹਿਲੀ ਆਰਟੀਆਈ ਨੋ ਰਿਸਪੌਂਸ, ਦੂਜੀ ਆਰਟੀਆਈ ਮੈਂ ਫਿਰ ਫਰਸਟ ਅਪੀਲ ਪਾਈ, ਨੋ ਰਿਸਪੌਂਸ ਫਰਮ ਗਮਾਡਾ। ਫਿਰ ਮੈਂ ਸੈਕਿੰਡ ਅਪੀਲ ਪਾਈ ਹੈ, ਉਹ ਚਲਾ ਗਿਆ ਪੰਜਾਬ ਸਟੇਟ ਇਨਫੋਰਮੇਸ਼ਨ ਕਮਿਸ਼ਨ 'ਚ, ਉੱਥੇ ਡਾਇਰੀ ਨੰਬਰ ਲੱਗ ਕੇ ਉਹ ਕੇਸ ਚੱਲ ਰਿਹਾ ਹੈ। ਪਰ ਦ ਫਨੀ ਥਿੰਗ ਇਸ ਕਿ ਇਨਫੋਰਮੇਸ਼ਨ ਕਮਿਸ਼ਨ 6 ਮਹੀਨੇ ਤੋਂ ਕੋਈ ਕਮਿਸ਼ਨਰ ਹੀ ਨਹੀਂ ਹੈਗੇ। ਸੋ ਵੀ ਆਰ ਵੇਟਿੰਗ ਫॉर दैट। ਹਾਲੇ ਇਹ ਵੀ ਇਨਫੋਰਮੇਸ਼ਨ ਲੈਣੀ ਪੈਗੀ ਕਿ ਕਿਹੜਾ ਕਮਿਸ਼ਨਰ ਇਨਫੋਰਮੇਸ਼ਨ ਆ ਰਿਹਾ ਹੈ। ਯੈਸ। ਸੋ ਬਟ ਆਈ ਐਮ ਗੋਇੰਗ ਥਰੂ, ਜਦ ਵੀ ਕਮਿਸ਼ਨਰ ਸਾਹਿਬ ਆएंगे ਮੈਂ ਤੇ ਪੁੱਛਾਂਗਾ ਕਿ ਵਾਈ ਇਜ਼ ਦ ਨੀਡਫੁਲ ਨਾਟ ਡਨ।
ਤੇ ਇਹਦੇ 2 demolitions ਹੈ which Gamada has completely left him scot free. Putta, what Gamada did was, I am the chief complainant, escalating ਕਿ ਇਹਨੇ ਸਰਕਾਰੀ ਪੈਸਾ ਗਲਤ ਇਸਤੇਮਾਲ ਕੀਤਾ ਹੈ। ਇਹਨਾਂ ਨੇ ਪੁੱਠਾ ਮੇਰੇ ਘਰ ਦੇ ਉੱਤੇ ਡਿਮੋਲੀਸ਼ਨ ਆਰਡਰ ਲਗਾ ਦਿੱਤਾ। ਮੇਰਾ 40 ਸਾਲ ਪੁਰਾਣਾ ਘਰ ਹੈ ਜਿੱਥੇ ਸਾਰੇ ਮੈਪਸ ਅਪਰੂਵਡ ਹੈ। ਮਤਲਬ 40 ਸਾਲ ਪੁਰਾਣੇ ਘਰ ਦਿਖ ਗਿਆ, ਪਰ ਜਿਹੜਾ ਨਵਾਂ ਬਣੇ ਸ਼ੋਰੂਮ ਜਾਂ ਸ਼ੈੱਡ ਨੇ ਉਹ ਨਹੀਂ ਦਿਖੇ। ਉਹ ਨਹੀਂ, ਪਰ ਜਦ ਗਮਾਡਾ ਸੀਗਾ ਵੀ ਨਹੀਂ ਇਨਟੂ ਐਗਜ਼ਿਸਟੈਂਸ, ਆਈ ਡੋਨਟ ਥਿੰਕ ਪੂਡਾ ਵੀ ਸੀ, ਮੇਬੀ ਪੂਡਾ ਮਸਟ ਹੈਵ ਬੀਨ, ਮਾਈਟ ਬੀ, ਹਾਂ ਨਹੀਂ, ਪਰ 1984 ਜਾਂ 80 ਕੁਝ 82 84 ਲਿਖਿਆ ਹੋਇਆ 82 ਪਰ ਉਸ ਟਾਈਮ ਤਾਂ ਇੱਥੇ ਮਾਹੌਲ ਹੀ ਪੂਰਾ ਵਸਿਆ ਵੀ ਨਹੀਂ ਸੀ ਏਰੀਆ। ਯਾ ਤੇ ਇਹ ਉਹ ਚਿਪਕਾਨ ਲੱਗਾ ਹੈ ਹਰੇਕ ਪਾਸੇ। ਇਹ ਵੀ ਉਹੀ ਆਫਿਸਰ ਹੈ ਮਿਸਟਰ ਟਿਵਾਨਾ ਕਿ ਤੁਹਾਡਾ ਫਾਰਮ ਹਾਊਸ ਤੋੜਿਆ ਜਾਏਗਾ। ਸੋ ਆਈ ਸੈਡ ਓਕੇ ਵੀ ਵਿਲ ਗੋ ਐਸ ਪਰ ਦ ਲਾਅ। ਇਹਦੇ ਚ ਘਬਰਾਉਣ ਦੀ ਤੇ ਕੋਈ ਗੱਲ ਨਹੀਂ, ਕਿਉਂਕਿ ਇਹ ਨਾ ਖੇਲਦੇ ਦੇ ਟਰਾਈ ਐਂਡ ਪਲੇ ਅ ਗੇਮ ਵਿਦ ਯੂ। ਤੁਸੀਂ ਅਗਰ ਕਿਸੇ ਲੈਂਡ ਮਾਫੀਆ ਜਾਂ ਕੋਈ ਇਲੀਗਲ ਐਕਟੀਵਿਟੀ ਨੂੰ ਰਿਪੋਰਟ ਕਰ ਰਹੇ ਹੋ, ਹਰੇਕ ਮਹਿਕਮੇ 'ਚ ਕੁਝ ਬਲੈਕ ਸ਼ੀਪ ਹੁੰਦੇ ਹੈ। ਉਲਟਾ ਉਹ ਤੁਹਾਨੂੰ ਧਮਕਾਉਣ ਦੀ ਕੋਸ਼ਿਸ਼ ਕਰਦੇ, ਦੇ ਇਸ਼ੂ ਕਾਊਂਟਰ ਆਰਡਰ ਔਨ ਯੂ। So they did the same thing here, but I was very cool. What I did, I got all the maps. मैं ਕੱਢੇ ਸਾਰੇ 1980s ਦੇ maps, ਸਾਰਾ 2005 ਦੇ ਲੈਂਡ ਰਿਕਾਰਡਸ ਕੱਢੇ ਤੁਸੀਂ ਪੁਰਾਣੇ ਪਬਲਿਕ ਨੋਟਿਸ ਆਇਆ ਸੀਗਾ ਕਿ all the farm houses must give their maps. ਉਹ ਸਾਰਾ ਕੱਢ ਕੇ ਮੈਂ ਬਕਾਇਦਾ ਫਾਈਲ ਮਿਸਟਰ ਟਿਵਾਨਾ ਨੂੰ ਦਿੱਤੀ ਸੀ। ਉਹਦੀ ਵੀ ਮੇਰੇ ਕੋਲ ਰਿਸੀਵਿੰਗ ਹੈਗੀ। ਸਟਿਲ ਮੈਂ ਆਰਟੀਆਈ ਪਾਈ ਕਿ ਜੀ ਕੀ ਹੋਇਆ ਮੇਰਾ ਜੋ ਮੈਂ ਦਿੱਤਾ ਸੀ, ਬਿਕਾਜ਼ ਆਈ ਨੀਡ ਅ ਕਲੀਅਰੈਂਸ। ਬਾਅਦ 'ਚ 5-6 ਸਾਲ ਬਾਅਦ ਮੈਨੂੰ ਫਿਰ ਤੰਗ ਕਰਨ ਲੱਗ ਜਾਏ ਤੇ there was no clearance. Then recently, just 5 months back, they issued another demolition order, similar one. अच्छा जी, I think this is the one. This is the latest one in May. okay. So I was shocked. I said, look, I have responded. अगर कुछ नहीं ਕੀਤਾ ਹੈ ਤੁਸੀਂ ਆ ਕੇ ਮੈਨੂੰ ਪੁੱਛੋ। ਜੋ ਸਾਰੇ ਡਾਕੂਮੈਂਟ ਸਬਮਿਟ ਕੀਤੇ ਹੋਏ ਨੇ, ਫਾਈਲ ਸਬਮਿਟ ਹੈ, ਤੁਸੀਂ ਦੇਖੋ। ਸਬਮਿਟਡ ਹੈ, ਤੁਸੀਂ ਰਿਸਪੌਂਡ ਵੀ ਨਹੀਂ ਕੀਤਾ, ਹੁਣ ਤੁਸੀਂ ਫਿਰ। ਸੋ ਆਈ ਵਾਸ ਅ ਲਿਟਲ ਸ਼ੌਕਡ ਕਿ ਅਲਟੀਮੇਟਲੀ ਇਹਨਾਂ ਦਾ ਹੀ ਇੱਕ ਮਾਫੀਆ ਦਾ ਨੈਟਵਰਕ ਦਾ ਇੱਕ ਹੋਰ ਬੰਦਾ ਹੈ। ਹੀ ਰਿਅਲਾਈਜ਼ ਕਿ ਇਹ ਤਾਂ ਕਰਨ ਸਿੰਘ ਸਾਨੂੰ ਐਕਸਪੋਜ਼ ਕਰ ਰਿਹਾ ਹੈ, ਇਹਨੂੰ ਮੈਂ ਹਾਈ ਕੋਰਟ ਲੈ ਜਾਵਾਂਗਾ। ਹੀ ਟੁਕ ਮੀ ਟੂ ਦਾ ਹਾਈ ਕੋਰਟ ਐਂਡ ਉੱਥੇ ਇਹਨੇ ਕੀ ਗਲਤੀ ਕੀਤੀ ਕਿ ਦੈਟ ਟਾਈਮ ਗਮਾਡਾ ਦੇ ਉੱਤੇ ਇਹਨੇ ਪਾਇਆ ਕਿ ਇਹ ਲੋਕ ਕੁਝ ਐਕਸ਼ਨ ਨਹੀਂ ਲੈ ਰਹੇ। ਐਂਡ ਵਾਈ ਵੁੱਡ ਦੇ ਟੇਕ ਐਕਸ਼ਨ ਜਿੱਥੇ ਮੇਰੇ ਕੋਲ ਸਾਰੇ ਮੈਪਸ ਹੈਗੇ। ਐਗਜ਼ੈਕਟਲੀ। ਹੈਡ ਆਫ ਗਮਾਡਾ ਵਾਸ ਦ ਚੀਫ ਸੈਕਟਰੀ ਆਫ ਪੰਜਾਬ ਮਿਸਟਰ ਅਨੁਰਾਗ ਵਰਮਾ। ਇਹਨੇ ਅਨਫੋਰਚੂਨੇਟਲੀ ਹੀ ਇਜ਼ ਪੁੱਟ ਅ ਕੇਸ ਅਗੇਂਸਟ ਕੁਲਵਿੰਦਰ ਸਿੰਘ ਇਜ਼ ਹਿਜ਼ ਨੇਮ, ਮਨਫੂਲ ਸਿੰਘ's ਰਾਈਟ ਹੈਂਡ ਮੈਨ, ਇਹ ਪੰਚ ਵੀ ਸੀਗਾ, ਓਕੇ, ਵਰਸਸ ਮਿਸਟਰ ਅਨੁਰਾਗ ਵਰਮਾ। ਅੱਛਾ, ਇਹਨੇ ਆਫੀਸਰ ਦੇ ਅਗੇਂਸਟ ਕੇਸ ਪਾ ਦਿੱਤਾ। ਇਹਨੂੰ ਪਤਾ ਨਹੀਂ ਸੀਗਾ ਕਿ ਉਹ ਚੀਫ ਸੈਕਟਰੀ ਹੈਗੇ। ਓਕੇ, ਇਹਨੇ ਚੀਫ ਸੈਕਟਰੀ ਸਾਹਿਬ ਦੇ ਅਗੇਂਸਟ ਕੇਸ ਪਾ ਦਿੱਤਾ ਕਿ ਬਈ ਉਹ ਐਕਸ਼ਨ ਨਹੀਂ ਲੈ ਰਹੇ ਜਾਂ ਉਹ ਐਕਸ਼ਨ ਨਹੀਂ ਲੈ ਰਹੇ। ਹੁਣ ਉਹ ਐਕਸ਼ਨ ਕਿੱਦਾਂ ਲੈਣਗੇ ਜਿੱਥੇ ਸਾਰੇ ਬੰਦੇ ਦੇ ਡਾਕੂਮੈਂਟ ਹੀ ਸਹੀ ਹੈਗੇ। ਐਗਜ਼ੈਕਟਲੀ। ਸੋ ਨਾਓ it has become very tricky because now it is chief secretary versus the punch, who's a part of a mafia nexus, so-called mafia nexus, which has been proven not by me, by the government. Exactly. So interestingly, AD menu ek document आई है from Gamada now that your house is absolutely legal. Same officer is giving this reply to you. Who issued the demolition orders twice, that your house is legal and you are allowed to stay in there. It's 6,000 square feet and it can be used as your residence. Okay. Same officer. Same officer. So you see, अगर ਹੋਰ ਕੋਈ ਬੰਦਾ ਹੁੰਦਾ ਉਹ ਤੇ ਡਰ ਜਾਂਦਾ ਕਿ ਜੀ ਮੇਰਾ ਤੇ ਘਰ ਹੀ ਇਹਨਾਂ ਨੇ ਤੋੜ ਦਿੱਤਾ। He would have got into some compromise. I knew we are law abiding citizens. ਕਿੰਨੀ ਦੇਰ ਤੱਕ will they keep stretching? ਨਹੀਂ, law abiding citizens, ਮੈਂ ਇਹ ਤੁਹਾਡੇ ਆਰਡਰ ਵੀ ਦੇਖ ਰਿਹਾ, ਪਹਿਲੇ 2 ਵਾਰੀ ਆਰਡਰ ਹੋ ਗਿਆ ਜੀ ਡਿਮੋਲਿਸ਼ ਕਰੋ, ਉਸ ਤੋਂ ਬਾਅਦ ਇਹ ਸੇਇੰਗ ਕਿ ਇਟ ਇਜ਼ ਲੀਗਲ। ਮਤਲਬ ਤੁਸੀਂ ਇਹ ਸੋਚੋ ਕਿ ਪੂਰੇ ਸ਼ਹਿਰ ਵਿੱਚ ਸਿਰਫ ਇੱਕ ਇਹੀ ਜਗ੍ਹਾ ਸੀ ਜਿਹੜੀ ਇਲੀਗਲ ਹੈ, ਬਾਕੀ ਕੋਈ ਇਲੀਗਲ ਨਹੀਂ ਹੈ। ਫਿਰ ਮੈਂ ਇਹਦੇ ਉਹ ਸ਼ੋਰੂਮ, ਉਹ ਸ਼ੈੱਡ, ਉਹ ਕਹਾਣੀ ਵਾਸ਼ ਆਊਟ ਹੋ ਗਈ। ਉਹ ਤੇ ਇਗਨੋਰਡ ਹੈਗੀ, ਉਹ ਹਾਲੇ ਤੱਕ ਇਗਨੋਰਡ ਹੈ। ਮੈਂ ਦੇਖ ਹਾਲੇ ਤੱਕ ਇਗਨੋਰਡ। ਤੇ ਬੇਸਿਸ ਦਿਸ ਮੈਂ ਚੀਫ ਸੈਕਟਰੀ ਆਫ ਪੰਜਾਬ ਨੂੰ ਲਿਖਿਆ ਵੀ ਸੀਗਾ ਕਿ ਯੂ نو ਆਈ ਵਾਂਟ ਐਨ ਅਰਜੈਂਟ ਅਪਾਇੰਟਮੈਂਟ ਵਿਦ ਯੂ। ਇਹ ਈਮੇਲ ਹੈਗਾ ਜਿਹਦਾ ਅੱਜ ਤੱਕ ਕੋਈ ਰਿਸਪੌਂਸ ਨਹੀਂ ਆਇਆ। ਆਈ ਥੌਟ ਆਈ ਮਸਟ ਸ਼ੋ ਆਲ ਦਿਸ ਟੂ ਦ ਚੀਫ ਸੈਕਟਰੀ that you know Gamada is not doing the demolition against the land mafias who are doing all these illegal constructions, but sanu eda de notices are then they are correcting the notice. Okay. So this is the ground reality. ਮਤਲਬ ਤੁਹਾਨੂੰ ਅਨਵਾਂਟਡਲੀ ਜਿਹੜੇ ਨਹੀਂ ਆਣੇ ਚਾਹੀਦੇ ਨੋਟਿਸ ਆਈ ਜਾ ਰਹੇ, ਤੁਹਾਨੂੰ ਬਿਜ਼ੀ ਰੱਖਿਆ ਹੋਇਆ ਉਹਨਾਂ ਨੇ ਰਿਪਲਾਈ ਕਰਨ ਤੇ ਹੀ, ਪਰ ਆਪਣੇ ਰਿਪਲਾਈ ਨਹੀਂ ਦੇ ਰਹੇ। ਆਪਣਾ ਰਿਪਲਾਈ ਨਹੀਂ ਦੇ ਰਹੇ। and when I put a appeal they said it is under investigation. ਤੁਹਾਡੀ ਜਿਹੜੀ ਚੀਜ਼ ਹੈ ਉਹ ਅੰਡਰ ਇਨਵੈਸਟੀਗੇਸ਼ਨ ਹੈ,
ਪਰ ਜਿਹੜੀ ਦੂਸਰੀ ਚੀਜ਼ ਹੈ ਉਹ ਇੰਪਲੀਮੈਂਟ ਕਰ ਰਹੇ ਨੇ, immediately ਇਮੀਡੀਏਟ ਹੋ ਜਾਂਦਾ ਹੈ। ਹਾਂ। ਮਤਲਬ ਇਹ ਇੱਕ ਤੁਹਾਡੇ ਨਾਲ ਮਿਊਜ਼ੀਕਲ ਚੇਅਰ ਖੇਲ ਰਹੇ ਨੇ Yes, I can. ਕਿ ਉਹ they'll never stop that music Yeah. when it's your turn, Yeah. but when it's their turn, ਜੋ ਉਹਨਾਂ ਦੀ ਟਰਨ ਹੁੰਦੀ ਹੈ ਤੇ ਉਹ ਮਿਊਜ਼ਿਕ ਬੰਦ ਰੱਖਦੇ ਨੇ Yes. ਕਿ ਵੀ ਅਸੀਂ ਬੈਠੇ ਹਾਂ, ਹੁਣ ਤੁਸੀਂ ਇਰਦ ਗਿਰਦ ਘੁੰਮੀ ਜਾਓ। Yes, yes. ਤੇ ਦੋਸਤੋ ਇਹ ਦੇਖਿਆ ਤੁਸੀਂ ਕਿੰਨਾ ਮਤਲਬ ਇੱਕ ਜਿਹਨੂੰ ਕਹਿੰਦੇ ਆਮ ਬੰਦੇ ਨੂੰ ਪੀਸਣ ਵਾਸਤੇ ਜਾਂ ਤੋੜਨ ਵਾਸਤੇ ਸਾਰੀ ਕਾਇਨਾਤ ਲੱਗ ਜਾਂਦੀ ਹੈ। ਇਹੀ ਇੱਕ ਜਿਹੜੇ ਵੀ ਕੁਝ ਕਰਪਟ ਆਫੀਸਰਸ ਨੇ ਥੋੜਾ ਜਿਹਾ ਵੀ ਇਮਾਨਦਾਰੀ ਨਾਲ ਕੰਮ ਕਰਨ, ਕਿਸੇ ਦਾ ਆਸ਼ੀਆਨਾ ਤੋੜਨਾ ਕੋਈ ਮਤਲਬ ਦਿਲ ਤੇ ਚੁਭਦੀ ਹੈ ਗੱਲ ਇਹ। ਔਰ ਜਿਨ੍ਹਾਂ ਨੇ ਇਲੀਗਲ ਸਟਰਕਚਰ ਪੂਰੇ ਦੇਸ਼ ਵਿੱਚ ਔਰ ਸ਼ਹਿਰ ਵਿੱਚ ਖੜੇ ਕੀਤੇ ਹੋਏ ਨੇ, ਉੱਥੇ ਅੱਖਾਂ ਨਹੀਂ ਖੁੱਲ੍ਹਦੀਆਂ। ਅੱਖਾਂ ਸਿਰਫ ਉੱਥੇ ਖੁੱਲ੍ਹਦੀਆਂ ਕਿ ਕਿਸੇ ਨੂੰ ਟਾਰਗੇਟ ਕੀਤਾ ਜਾਵੇ, ਜਿਸ ਦਾ ਘਰ ਤੋੜਿਆ ਜਾਵੇ। ਬੜੀ ਸ਼ਰਮ ਨਾਲ ਇਹ ਕਹਿਣ ਦੀ ਗੱਲ ਹੁੰਦੀ ਹੈ ਕਿ ਜਦ ਸਰਕਾਰੀ ਨੌਕਰੀ ਲੈਣੀ ਹੁੰਦੀ ਹੈ, ਅਸੀਂ ਵੱਡੀਆਂ ਕਸਮਾਂ ਖਾਂਦੇ ਹਾਂ, ਗੁਰਦੁਆਰੇ ਮੰਦਰ ਮਸਜਿਦਾਂ ਜਾ ਕੇ ਮੱਥੇ ਟੇਕਦੇ ਹਾਂ ਕਿ ਇਹ ਰੱਬ ਇਸ ਵਾਰ ਮੈਨੂੰ ਇਹ ਕਰੈਕ ਕਰਾ ਦੇ ਇੰਟਰਵਿਊ, ਮੈਂ IAS ਬਣਨਾ ਹੈ ਜਾਂ ਮੈਂ PCS ਬਣਨਾ ਹੈ। ਬਟ ਕੁਝ ਲੋਕ ਵਿੱਚ ਇਹੋ ਜਿਹੇ ਵੀ ਹੁੰਦੇ ਨੇ ਕਿ ਕਮ ਸੇ ਕਮ ਉਹ ਆਪਣੇ ਜ਼ਮੀਰ ਨੂੰ ਇੰਨਾ ਕੁ ਜਿੰਦਾ ਦਾ ਜ਼ਰੂਰ ਰੱਖਣ ਕਿ ਉਹ ਕਿਸੇ ਦੀ ਬਿਹਤਰੀ ਵਾਸਤੇ ਕੰਮ ਕਰਨ, ਨਾ ਕਿ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ। ਤੇ ਜੁੜੇ ਰਹਿਣਾ ਸਾਡੇ ਨਾਲ ਦ ਸਟੇਟ ਟਾਕ ਸ਼ੋ 'ਤੇ। ਧੰਨਵਾਦ ਜੀ।